ਪ੍ਰੋਗਰਾਮ ਕਿਸਾਨ ਵਾਣੀ ਦੌਰਾਨ ਮੇਰੇ ਨਾਲ ਬਣੇ ਹੋਏ ਨੇ ਜੀ ਡਾਕਟਰ ਚੇਤਕ ਬਿਸ਼ਨੋਈ ਤੇ ਜੋ ਕਿ ਜਾਣਕਾਰੀ ਸਾਂਝੀ ਕਰਨਗੇ ਸਦਾ ਬਹਾਰ ਫਲਦਾਰ ਬੂਟੇ ਲਗਾਉਣ ਸੰਬੰਧੀ। ਸੋ ਫਲਦਾਰ ਬੂਟਿਆਂ ਦੀ ਅਗਰ ਆਪਾਂ ਦੇਖੀਏ ਤਾਂ ਜੀ ਫਲਦਾਰ ਬੂਟਿਆਂ ਦੇ ਹੇਠ ਪੰਜਾਬ ਦੇ ਵਿੱਚ ਤਕਰੀਬਨ 93,000 ਹੈਕਟੇਅਰ ਦਾ ਰਕਬਾ ਹੈ, ਜਿਨ੍ਹਾਂ ਦੇ ਵਿੱਚ ਆਪਾਂ ਮੁੱਖ ਤੌਰ ਤੇ ਦੇਖਦੇ ਹਾਂ ਕੀਨੂ, ਅਮਰੂਦ, ਅੰਬ, ਨਾਸ਼ਪਤੀ, ਮਾਲਟਾ, ਆੜੂ ਤੇ ਲੀਚੀ। ਤੇ ਇਹਨਾਂ ਫਲਦਾਰ ਬੂਟਿਆਂ ਤੋਂ ਪੈਦਾਵਾਰ ਲੈਣ ਦੇ ਲਈ ਅਗਰ ਤੁਸੀਂ ਹਰ ਪਹਿਲੂ ਜਿਵੇਂ ਕਿ ਆਪਾਂ ਖਰਚੇ ਦੀ ਵੀ ਗੱਲ ਕਰ ਲਈਏ, ਬੱਚਤ ਦੀ ਗੱਲ ਕਰ ਲਈਏ, ਮਜ਼ਦੂਰੀ ਜਾਂ ਉਸ ਦੇ ਵਿੱਚ ਵਰਤੀ ਜਾਣ ਵਾਲੀ ਮਸ਼ੀਨਰੀ ਜਾਂ ਫਿਰ ਕੋਈ ਹੋਰ ਤਕਨੀਕ ਆਧਾਰਿਤ ਜਿਹੜੇ ਕੰਮ ਹੈ ਉਹਨਾਂ ਦੇ ਬਾਰੇ ਜੇ ਸਾਨੂੰ ਪਤਾ ਹੈ ਤਾਂ ਅਸੀਂ ਉਸ ਤੋਂ ਵਧੀਆ ਮੁਨਾਫਾ ਇਸ ਕੰਮ ਦੇ ਵਿੱਚ ਲੈ ਸਕਦੇ ਹਾਂ। ਤੇ ਜੇ ਅਸੀਂ ਇਸ ਦੇ ਸਬੰਧ ਦੇ ਵਿੱਚ ਹੋਰ ਵੀ ਜਾਣਕਾਰੀ ਜਾਂ ਅਸੀਂ ਇਹਦੇ 'ਚ ਕਿਵੇਂ ਇਹਦੇ 'ਚ ਕੰਮ ਕਰਨਾ ਹੈ ਬਾਗਬਾਨੀ ਦੇ ਸਬੰਧ ਦੇ ਵਿੱਚ, ਤਾਂ ਇਸ ਦੇ ਸਬੰਧ ਦੇ ਵਿੱਚ ਹੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਡਾਕਟਰ ਚੇਤਕ ਬਿਸ਼ਨੋਈ ਜੀ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੌਰਾਨ। ਧੰਨਵਾਦ ਮੈਮ ਜੀ। ਸੋ ਅੱਜ ਦੇ ਵਿਸ਼ੇ ਦੇ ਸਬੰਧ ਦੇ ਵਿੱਚ ਸਦਾ ਬਹਾਰ ਫਲਦਾਰ ਬੂਟਿਆਂ ਦੇ ਸਬੰਧ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਸਵਾਲ ਇਹੀ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਫਲਦਾਰ ਬੂਟਿਆਂ ਦਾ ਖੇਤੀਬਾੜੀ ਪ੍ਰਬੰਧ ਦੇ ਵਿੱਚ ਕੀ ਮਹੱਤਵ ਹੈ? ਦੇਖੋ ਜੀ, ਪਹਿਲੇ ਜਿਹੜੀ ਬਾਗਬਾਨੀ ਹੁੰਦੀ ਸੀ ਉਹ ਰਾਜੇ ਮਹਾਰਾਜਾ ਆਪਣੇ ਸ਼ੌਕ ਨਾਲ ਕਰਦੇ ਸੀ ਜੀ, ਪਰ ਅੱਜ ਕੱਲ ਜਿਹੜੀ ਹੈ ਆਪਣੀ ਲਾਹੇਵੰਦ ਹੋ ਗਈ ਹੈ ਬਾਗਬਾਨੀ। ਹੁਣ ਕਿਸਾਨੀ ਜਿਹੜੀ ਹੈ ਕੱਲੀ ਇੱਕ ਫਸਲ ਤੇ ਨਹੀਂ ਨਿਰਭਰ ਕਰਦੀ, ਅੱਜ ਕੱਲ ਖੇਤੀ ਵੀ ਬਣਤਾ ਦਾ ਜਿਹੜਾ ਪ੍ਰਚਲਨ ਹੈ ਹਾਂਜੀ, ਉਸ ਕਰਕੇ ਇੱਕ ਜਿਹੜੀ ਆਪਾਂ ਨੂੰ ਆਉਣ ਵਾਲੇ ਦੇ ਟਾਈਮ ਜਿਹੜੀ ਸਮੱਸਿਆ ਆਣੀ ਹੈ ਮੇਨ ਪਾਣੀ ਦੀ ਕਿੱਲਤ, ਜਿਹੜੀ ਪਾਣੀ ਦੀ ਕਮੀ, ਉਸ ਕਰਕੇ ਜਿਹੜੀ ਖੇਤੀ ਵੀ ਬਣਤਾ ਤੇ ਨਾਲ ਜਿਹੜਾ ਇੱਕ ਫਸਲੀ ਚੱਕਰ ਹੈ ਉਹਨੂੰ ਤੋੜਨ ਦੇ ਲਈ ਜਿਹੜਾ ਇੱਕ ਬਾਗਬਾਨੀ ਹੀ ਇੱਕ ਇਸ ਤਰ੍ਹਾਂ ਦਾ ਵਿਸ਼ਾ ਜਿਹਦੇ ਇੱਕ ਲਾਹੇਵੰਦ ਧੰਦਾ ਹੈ ਜਿਹਦੇ ਅੰਦਰ ਆਪਾਂ ਮੁਨਾਫਾ ਪਾ ਸਕਦੇ ਕਿਸਾਨ ਵੀ। ਸੋ ਜਿਹੜਾ ਸਾਡਾ ਰਵਾਇਤੀ ਫਸਲੀ ਚੱਕਰ ਚੱਲਦਾ ਆ ਰਿਹਾ ਹੈ ਜਿਹਦੇ ਚ ਅਸੀਂ ਕਿ ਪਾਣੀ ਨੂੰ ਵੀ ਬਹੁਤ ਜ਼ਿਆਦਾ ਵਰਤਦੇ ਹਾਂ, ਪਾਣੀ ਦੀ ਦੁਰਵਰਤੋਂ ਵੀ ਆਪਾਂ ਕਈ ਬਹੁਤ ਜਗ੍ਹਾ ਤੇ ਦੇਖਦੇ ਹਾਂ, ਤਾਂ ਉਸ ਚੀਜ਼ ਨੂੰ ਤੋੜਨ ਦੇ ਲਈ ਤਾਂ ਆਪਾਂ ਬਾਗਬਾਨੀ ਤੋਂ ਵਧੀਆ ਮੁਨਾਫਾ ਲੈ ਸਕਦੇ ਹਾਂ। ਹਾਂ, ਇਸ ਕਰਕੇ ਜੇ ਆਪਣੇ ਪੰਜਾਬ ਪ੍ਰਦੇਸ਼ ਦੇ ਵਿੱਚ ਜਿਵੇਂ ਕਿ ਤੁਸੀਂ ਦੱਸਿਆ 93,000 ਹੈਕਟੇਅਰ ਹੇਠ ਜਿਹੜਾ ਰਕਬਾ ਹੈ ਉਹ ਫਲਾਂ ਹੇਠ ਹੈ ਜੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਰ ਸਾਲ ਜਿਹੜਾ ਰਕਬਾ ਵਧ ਰਿਹਾ ਹੈ ਬਾਗਬਾਨੀ ਦੇ ਹੇਠ। ਉਹ ਇਸ ਕਰਕੇ ਵਧ ਰਿਹਾ ਕਿਉਂਕਿ ਇਹਦੇ ਅੰਦਰ ਕਿਸਾਨ ਵੀਰਾਂ ਨੂੰ ਲੱਗਦਾ ਕਿ ਆਮਦਨ ਦਾ ਇੱਕ ਸਰੋਤ ਵੱਧ ਝਾੜ ਕਰਕੇ ਹੁਣ ਜਿਹੜੀ ਨਵੀਆਂ ਕਿਸਮਾਂ ਆ ਗਈ ਇਹਦੇ ਅੰਦਰ, ਹੁਣ ਕਿਸਾਨ ਵੀਰ ਇਹ ਨਾ ਸੋਚੇ ਕਿ ਇੱਕ ਸਿਰਫ ਆਪਣਾ ਜਿਹੜਾ ਫਸਲਾਂ ਜਿਹੜਾ ਖਾਦਿਆ ਫਸਲ ਉਹਦੇ ਅੰਦਰ ਹੀ ਆਪਾਂ ਮੁਨਾਫਾ ਲੈ ਸਕਦੇ ਹਾਂ। ਬਾਗਬਾਨੀ ਇੱਕ ਅੱਛਾ ਸਰੋਤ ਹੈ ਜਿਹਦੇ ਅੰਦਰ ਆਪਾਂ ਲਾਹੇਵੰਦ ਜਾਂ ਮੁਨਾਫਾ ਲੈ ਸਕਦੇ ਹਾਂ। ਬਿਲਕੁਲ। ਹੁਣ ਜਿਵੇਂ 20 ਲੱਖ ਮੈਟ੍ਰਿਕ ਟਨ ਹਰ ਸਾਲ ਪੈਦਾਵਾਰ ਆਪਾਂ ਲੈ ਰਹੇ ਹਾਂ, ਇਹਦੇ ਅੰਦਰ ਜਿਹੜੀ ਆਪਣੀ ਪੰਜਾਬ ਦੀ ਮੁੱਖ ਫਸਲ ਹੈ ਜਿਹੜੀ ਫਲਾਂ ਹੇਠ ਜਿਹੜੀ ਫਸਲ ਹੈ ਕੀਨੂ, ਨਾਸਪਤੀ, ਮਾਲਟਾ, ਲੀਚੀ, ਆੜੂ, ਇਹ ਜਿਹੜੀ ਆਪਣੀ ਮੁੱਖ ਫਸਲ ਹੈ। ਇਸ ਤੋਂ ਇਲਾਵਾ ਜਿਹੜੇ ਕੁਛ ਇੱਕ ਨਿੱਕੇ ਫਰੂਟਸ ਨੇ ਵੀ ਜਿਹਨੂੰ ਆਪਾਂ ਨਿਊਟ੍ਰੀਸ਼ਨਲ ਵੈਲਿਊ ਕਹਿ ਸਕਦੇ ਹਾਂ, ਪੌਸ਼ਟਿਕਤਾ ਦੇਖੀਏ ਤਾਂ ਉਹਦੀ ਬਹੁਤ ਨੇ ਪਰ ਉਹਦਾ ਰਕਬਾ ਬਹੁਤ ਘੱਟ ਨੇ। ਤਾਂ ਆਪਣਾ ਜਿਹੜਾ ਆਉਣ ਵਾਲੀ ਸੰਭਾਵਨਾ ਹੈ ਇਹਦੇ ਹੇਠ ਜਿਵੇਂ ਕਿ ਮੰਨ ਲਓ ਆਂਵਲਾ, ਜਾਮੁਨ, ਬੇਰ, ਇਹਨਾਂ ਫਲਾਂ ਦੇ ਹੇਠ ਜਿਹੜਾ ਰਕਬਾ ਵਧਣ ਦੀ ਸੰਭਾਵਨਾ ਹੈ ਕਿਉਂਕਿ ਇਹਨਾਂ ਦਾ ਝਾੜ ਤੇ ਪੈਦਾਵਾਰ ਬਹੁਤ ਹੁੰਦਾ ਹੈ ਜੀ। ਜੇ ਕਿਸਾਨਾਂ ਨੂੰ ਇਹਦੇ ਵਿੱਚ ਕੋਈ ਫਾਇਦਾ ਮਿਲੇਗਾ ਤਾਂ ਬਿਲਕੁਲ ਹੈ ਜੀ, ਤੇ ਇਹਦੇ ਹੇਠ ਰਕਬਾ ਵੀ ਕਿਸਾਨ ਵੀਰ ਜ਼ਰੂਰ ਵਧਾਉਣਗੇ ਜੀ। ਸੋ ਡਾਕਟਰ ਸਾਹਿਬ, ਫਲਦਾਰ ਬੂਟੇ ਲਗਾਉਣ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ? ਆਪਾਂ ਸਾਲ ਦੇ ਵਿੱਚ ਕਦੋਂ ਇਹ ਬੂਟੇ ਲਗਾ ਸਕਦੇ ਹਾਂ? ਤੇ ਫਲਦਾਰ ਬੂਟਿਆਂ ਦੇ ਵਿੱਚ ਆਪਾਂ ਇਹਨੂੰ ਦੋ ਵਿਭਾਗਾਂ 'ਚ ਵੰਡਿਆ ਗਿਆ ਹੈ। ਫਲਦਾਰ ਬੂਟੇ ਫਲਦਾਰ ਬੂਟੇ ਜਿਹੜੇ ਹੈ ਆਪਣੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦੇ ਸਦਾਬਹਾਰ ਬੂਟੇ ਤੇ ਇੱਕ ਹੁੰਦੇ ਪਤਝੜੀ ਬੂਟੇ। ਜਿਹੜਾ ਪਤਝੜੀ ਬੂਟੇ ਹੁੰਦੇ ਉਹਨਾਂ ਦਾ ਹੁਣ ਸਮੇਂ ਲੰਘ ਚੁੱਕਿਆ ਨੇ ਜੀ, ਜਿਵੇਂ ਕਿ ਸਰਦੀਆਂ ਦੇ ਵਿੱਚ ਉਹਨਾਂ ਦੇ ਪੱਤੇ ਝੜ ਜਾਂਦੇ ਨੇ, ਉਸ ਤੋਂ ਬਾਅਦ ਆਪਾਂ ਉਹਨਾਂ ਦੀ ਪਲਾਂਟੇਸ਼ਨ ਕਰਦੇ ਹਾਂ। ਜਿਵੇਂ ਕਿ ਪਤਝੜੀ ਬੂਟੇ ਵੇਖ ਜਿਹੜੇ ਜਿਵੇਂ ਨਾਸਪਤੀ, ਆੜੂ, ਅਲੂਚਾ, ਅੰਗੂਰ, ਇਹ ਜਿਹੜੇ ਪਤਝੜੀ ਬੂਟੇ ਸੀ ਇਹਨਾਂ ਦਾ ਸਮੇਂ ਲੰਘ ਚੁੱਕਿਆ ਹੈ। ਹੁਣ ਸਮੇਂ ਚੱਲ ਰਿਹਾ ਸਦਾਬਹਾਰ ਬੂਟਿਆਂ ਦਾ। ਸਦਾਬਹਾਰ ਬੂਟੇ ਵੇ ਹੁੰਦੇ ਜਿਹੜੇ ਆਪਾਂ ਪੂਰੇ ਸਾਲ ਹਰੇ ਭਰੇ ਰਹਿੰਦੇ ਨੇ, ਜਿਨ੍ਹਾਂ ਦੇ ਪੱਤੇ ਨਹੀਂ ਝੜਦੇ। ਤਾਂ ਸਦਾਬਹਾਰ ਬੂਟੇ ਦੋ ਰੁੱਤ ਦੇ ਵਿੱਚ ਲਾਏ ਜਾਂਦੇ ਹਰ ਸਾਲ ਦੇ ਵਿੱਚ, ਇੱਕ ਬਹਾਰ ਰੁੱਤ ਦੇ ਵਿੱਚ, ਇੱਕ ਹੈ ਬਰਸਾਤੀ ਰੁੱਤ ਦੇ ਵਿੱਚ। ਜਿਹੜਾ ਬਹਾਰ ਰੁੱਤ ਜਿਹੜਾ ਇਸ ਸਮੇਂ ਚੱਲ ਰਿਹਾ, ਜਿਹੜਾ 15 ਫਰਵਰੀ ਤੋਂ ਲੈ ਕੇ 15 ਮਾਰਚ ਤੱਕ ਆਪਾਂ ਜਿਹੜੇ ਸਦਾਬਹਾਰ ਬੂਟੇ ਲਾਉਣ ਦਾ ਸਮਾਂ ਹੈ ਉਹ ਆਪਾਂ ਬਹਾਰ ਰੁੱਤ ਦੇ ਵਿੱਚ ਲੈ ਕੇ ਆਵਾਂਗੇ। ਜਿਵੇਂ ਕਿ ਆਪਾਂ ਨਿੰਬੂ ਵਰਗੇ ਬੂਟੇ ਜਿੰਨੇ ਵੀ ਹੈ ਨਿੰਬੂ ਜਾਤੀ ਦੇ, ਜਿਵੇਂ ਕਿੰਨੂ ਹੋ ਗਿਆ ਜਾਂ ਮਾਲਟਾ, ਮੌਸਮੀ, ਨਿੰਬੂ ਤੇ ਅਮਰੂਦ, ਤੇ ਇਸ ਤਰ੍ਹਾਂ ਦੇ ਜਿਹੜੇ ਸਦਾਬਹਾਰ ਬੂਟੇ ਉਹ ਆਪਾਂ ਇਸ ਟਾਈਮ ਲਗਾ ਸਕਦੇ ਹਾਂ ਜੀ। ਸੋ ਜਿਵੇਂ ਆਪਾਂ ਅੰਬ ਤੇ ਲੀਚੀ ਇਹਨਾਂ ਦੀ ਗੱਲ ਕਰੀਏ, ਇਹ ਵੀ ਆਪਾਂ ਜਿਹੜਾ ਤੁਸੀਂ ਕਹਿ ਰਹੇ ਹੋ ਦੂਸਰਾ ਸਤੰਬਰ ਅਕਤੂਬਰ 'ਚ ਲਗਾ ਸਕਦੇ ਹਾਂ ਇਹ, ਜਾਂ ਇਸ ਮੌਸਮ
ਮੈਮ ਜਿਵੇਂ ਆਪਣੇ ਪੂਰੇ ਪੰਜਾਬ ਪ੍ਰਦੇਸ਼ ਦੇ ਵਿੱਚ ਜਿੰਨੇ ਵੀ ਫਲਦਾਰ ਬੂਟੇ ਆ ਉਹਨਾਂ ਨੂੰ 4 ਹਿੱਸਿਆਂ 'ਚ ਵੰਡਿਆ ਗਿਆ ਹੈ ਕਿ ਕਿਹੜੇ ਕਿਹੜੇ ਆਪਣੇ ਇਲਾਕੇ ਵਾਈਜ਼ ਬੂਟੇ ਲਾ ਸਕਦੇ ਆ ਫਲਦਾਰ ਬੂਟੇ। ਜਿਵੇਂ ਆਪਣਾ ਇਲਾਕਾ ਆਉਂਦਾ ਸਿੰਜੂ ਖੁਸ਼ਕ ਇਲਾਕਾ, ਜਿਵੇਂ ਬਠਿੰਡਾ ਦਾ, ਮੁਕਤਸਰ ਦਾ, ਫਾਜ਼ਿਲਕਾ, ਅਬੋਹਰ, ਇਹਦੇ ਅੰਦਰ ਜਿਹੜੇ ਅੰਬ ਹੈ, ਲੀਚੀ ਹੈ, ਉਹ ਇੰਨੇ ਵਧੀਆ ਬੂਟੇ ਆਪਣੇ ਨਹੀਂ ਚੱਲਦੇ। ਰੁੱਤ ਦੇ ਹਿਸਾਬ ਨਾਲ ਆਪਾਂ ਜਾਂ ਆਪਣੇ ਮੌਸਮ ਨੂੰ ਦੇਖਦੇ ਹੋਏ, ਆਪਣੇ ਜਿਹੜੀ ਜਲਵਾਯੂ ਨੂੰ ਦੇਖਦੇ ਹੋਏ ਇਧਰ ਆਪਾਂ ਜ਼ਿਆਦਾ ਉਹੀ ਬੂਟੇ ਤਵੱਜੋ ਦੀ ਜਿਨ੍ਹਾਂ ਤੋਂ ਫਾਰਮਰ ਜਿਹੜਾ ਕਿਸਾਨ ਕੁਝ ਮੁਨਾਫਾ ਲੈ ਸਕਦੇ ਆ। ਜੀ ਸੋ ਸਭ ਤੋਂ ਪਹਿਲਾਂ ਜਿਵੇਂ ਆਪਾਂ ਕੋਈ ਵੀ ਫਸਲ ਦੀ ਗੱਲ ਕਰਦੇ ਹਾਂ ਸਰ, ਆਪਾਂ ਦੇਖਦੇ ਹਾਂ ਕਿ ਵੀ ਮਿੱਟੀ ਦੀ ਪਰਖ ਬਹੁਤ ਜ਼ਰੂਰੀ ਹੁੰਦੀ ਹੈ। ਕਿ ਕੋਈ ਇਹਦੇ ਵਿੱਚ ਵੀ ਇਸ ਦੀ ਕੋਈ ਮਹੱਤਤਾ ਹੈ? ਤੇ ਕੋਈ ਵੀ ਜਦੋਂ ਵੀ ਆਪਾਂ ਬਾਗ ਲਾਉਣਾ ਹੈ ਕਿਸੇ ਵੀ ਫਲਦਾਰ ਬੂਟਿਆਂ ਦਾ, ਸਭ ਤੋਂ ਪਹਿਲਾਂ 2 ਚੀਜ਼ ਜ਼ਰੂਰੀ ਨੇ। ਇੱਕ ਹੈ ਮਿੱਟੀ ਦੀ ਪਰਖ ਕਿ ਮਿੱਟੀ ਦੀ ਸਿਹਤ ਕਿਸ ਤਰ੍ਹਾਂ ਦੀ ਹੈ, ਦੂਜੀ ਹੈ ਕਿ ਵੀ ਉਹਦੀ ਜਲਵਾਯੂ ਵਾਤਾਵਰਣ ਕਿਸ ਤਰ੍ਹਾਂ ਦਾ ਹੈ। ਤਾਂ ਚੋਣ ਆਪਾਂ ਉਹੀ ਫਲਦਾਰ ਬੂਟੇ ਦੀ ਕਰਨੀ ਹੈ, ਉਹੀ ਬਾਗ ਦੀ ਕਰਨੀ ਹੈ ਕਿ ਜੋ ਆਪਣੇ ਏਰੀਏ ਦੇ ਵਾਤਾਵਰਣ ਤੇ ਜ਼ਮੀਨ ਦੇ ਹਿਸਾਬ ਨਾਲ ਹੋ। ਜਿਵੇਂ ਮਿੱਟੀ ਦੇ ਅੰਦਰ ਕੀ ਹੁੰਦਾ ਹੈ ਕਿ ਆਪਾਂ ਜਦੋਂ ਵੀ ਮਿੱਟੀ ਦਾ ਰਿਪੋਰਟ ਲੈਂਦੇ ਉਹਦੇ ਅੰਦਰ 4 ਚੀਜ਼ਾਂ ਦੇਖਦੇ ਹਾਂ। ਇੱਕ ਉਹਦੀ ਪੀਐਚ, ਮਿੱਟੀ ਦੀ ਪੀਐਚ ਫਲਦਾਰ ਬੂਟਿਆਂ ਦੇ ਲਈ 6 ਤੋਂ 7.5 ਬਹੁਤ ਹੀ ਢੁਕਵੀਂ ਪਾਈ ਗਈ ਹੈ। ਪਰ ਆਪਣੇ ਏਰੀਏ ਦੇ ਵਿੱਚ ਜਿਹੜੀ ਪੀਐਚ ਹੈ ਉਹ 8, 8.5 ਦੇ ਨੇੜੇ ਹੈ। ਤੋ ਇਸ ਕਰਕੇ ਫਲਦਾਰ ਬੂਟੇ ਉਸੇ ਬੂਟੇ ਦਾ ਚੋਣ ਕਰੋ ਜਿਹੜੀ ਪੀਐਚ 8.5 ਤੱਕ ਸਹਿਣ ਕਰ ਸਕਦਾ ਬੂਟਾ। ਸੋ ਮਿੱਟੀ ਦੇ ਹਿਸਾਬ ਦੇ ਨਾਲ ਹੀ ਆਪਾਂ ਦੇਖੀਏ। ਜੇਕਰ ਆਪਾਂ ਕਿੰਨੂ ਜਾਂ ਆੜੂ ਦਾ ਬਾਗ ਲਾਉਣ ਦੀ ਸੋਚ ਰਹੇ ਹਾਂ ਤਾਂ ਉਹਦੇ ਲਈ ਜਿਹੜੀ ਹੈ ਇੱਕ ਹੁੰਦੀ ਹੈ ਈਸੀ, ਇਲੈਕਟ੍ਰੀਕਲ ਕੰਡਕਟਿਵਿਟੀ, ਵਿਦਿਅਤ ਚਾਲਕਤਾ ਜਿਹਨੂੰ ਕਹਿੰਦੇ, ਉਹ ਜੇ 0.5 ਤੋਂ ਘੱਟ ਹੋਵੇ ਸਿਰਫ ਆੜੂ ਤੇ ਕਿੰਨੂ ਦੇ ਲਈ। ਬਾਕੀ ਹੋਰ ਬੂਟਿਆਂ ਦੇ ਜਿਵੇਂ ਅਮਰੂਦ, ਆਂਵਲਾ, ਜਾਮੁਨ ਉਹਨਾਂ ਦੇ ਲਈ 0.5 ਤੋਂ ਵੱਧ ਹੋ ਸਕਦੀ 1 ਤੱਕ। ਦੂਜੀ ਚੀਜ਼ ਹੈ ਕਿ ਉਹਦੇ ਅੰਦਰ ਆਪਣੀ ਕੈਲਸ਼ੀਅਮ ਕਾਰਬੋਨੇਟ ਦੀ ਮਾਤਰਾ ਕਿੰਨੀ ਹੈ ਮਿੱਟੀ ਦੇ ਅੰਦਰ। ਉਹ ਹੋਣੀ ਚਾਹੀਏ ਆਪਣੀ 5% ਤੋਂ ਘੱਟ। ਕੈਲਸ਼ੀਅਮ ਕਾਰਬੋਨੇਟ 5 ਤੋਂ 10% ਤੋਂ ਘੱਟ ਹੋਣੀ ਚਾਹੀਏ। ਉਹ ਤੋਂ ਬਾਅਦ ਆਉਂਦਾ ਲਾਈਮ, ਜਿਹੜਾ ਚੂਨਾ ਜਿਹਨੂੰ ਕਹਿੰਦੇ ਆ। ਚੂਨਾ ਅਗਰ ਆਪਣੀ ਮਿੱਟੀ ਦੇ ਅੰਦਰ ਜੇ 20% ਤੋਂ ਘੱਟ ਹੈ ਤਾਂ ਉਧਰ ਆੜੂ ਤੇ ਕਿੰਨੂ ਦਾ ਬਾਗ ਵਧੀਆ ਚੱਲਦਾ ਹੈ। ਜੇ ਉਸ ਤੋਂ ਵੱਧ ਹੋਵੇ ਤਾਂ ਆੜੂ ਤੇ ਕਿੰਨੂ ਦੇ ਬੂਟਿਆਂ ਨੂੰ ਸਮੱਸਿਆ ਆਉਂਦੀ ਨੇ। ਬਿਲਕੁਲ। ਤਾਂ ਇਸ ਕਰਕੇ ਜਿਹੜੀ ਮਿੱਟੀ ਦੀ ਸਿਹਤ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਆਪਣੇ ਖੇਤ ਦੀ ਮਿੱਟੀ ਕਿਸ ਤਰ੍ਹਾਂ ਦੀ ਹੈ। ਇਹ ਨਹੀਂ ਸੋਚਣਾ ਚਾਹੀਏ ਕਿ ਇਸ ਖੇਤ ਦੇ ਵਿੱਚ ਬਾਗ ਬਹੁਤ ਵਧੀਆ ਚੱਲਦਾ, ਸਾਡਾ ਹੀ ਬਾਗ ਆਪਾਂ ਨਾਲ ਖੇਤ ਦੇ ਵਿੱਚ ਲਾ ਲਈਏ। ਤਾਂ ਹਰ ਇੱਕ ਜਗ੍ਹਾ ਤੋਂ ਮਿੱਟੀ ਦੀ ਜਿਹੜੀ ਹੈ ਉਹ ਵੇਰੀਏਸ਼ਨ ਆਉਂਦੀ ਹੈ। ਬਿਲਕੁਲ। ਸੋ ਸਾਡੇ ਸਰੋਤਿਆਂ ਨੂੰ ਦੱਸ ਦਈਏ ਕਿ ਸਾਡੇ ਨਾਲ ਬਣੇ ਹੋਏ ਨੇ ਡਾਕਟਰ ਚੇਤਕ ਬਿਸ਼ਨੋਈ, ਬਾਗਬਾਨੀ ਵਿਗਿਆਨੀ, ਰੀਜਨਲ ਰਿਸਰਚ ਸੈਂਟਰ ਬਠਿੰਡਾ ਤੋਂ, ਤੇ ਜੋ ਕਿ ਜਾਣਕਾਰੀ ਸਾਂਝੀ ਕਰ ਰਹੇ ਨੇ ਸਦਾਬਹਾਰ ਫਲਦਾਰ ਬੂਟਿਆਂ ਦੇ ਬੂਟੇ ਲਗਾਉਣ ਦੇ ਸਬੰਧ ਦੇ ਵਿੱਚ। ਸੋ ਸਾਡੇ ਸਰੋਤਿਆਂ ਨੂੰ ਦੱਸ ਦਈਏ ਕਿ ਉਹ ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਕੇ 0164 2240 331 ਡਾਇਲ ਕਰਕੇ ਅੱਜ ਦੇ ਇਸ ਵਿਸ਼ੇ ਦੇ ਸਬੰਧ ਦੇ ਵਿੱਚ ਸਵਾਲ ਪੁੱਛ ਸਕਦੇ ਨੇ ਸਾਡੇ ਮਾਹਰ ਡਾਕਟਰ ਚੇਤਕ ਬਿਸ਼ਨੋਈ ਜੀ ਤੋਂ। ਸੋ ਡਾਕਟਰ ਸਾਹਿਬ, ਆਪਾਂ ਅੱਗੇ ਵਧਦੇ ਹਾਂ, ਸਵਾਲਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਸੋ ਫਲਦਾਰ ਬੂਟੇ ਲਗਾਉਣ ਦੇ ਸਬੰਧ ਦੇ ਵਿੱਚ ਕਿਹੜੀਆਂ ਗੱਲਾਂ ਦਾ ਆਪਾਂ ਖਾਸ ਧਿਆਨ ਰੱਖ ਸਕਦੇ ਹਾਂ? ਆਪਾਂ ਜਿਹੜੀ ਮੁੱਖ ਜਿਹੜੀ ਗੱਲਾਂ ਹੈ ਬਾਗ ਲਾਉਣ ਵਾਸਤੇ, ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਏ ਆਪਣੀ ਮਿੱਟੀ ਦੀ ਜਾਂਚ ਕਰਵਾਓ, ਆਪਣਾ ਮਿੱਟੀ ਕਿਸ ਤਰ੍ਹਾਂ ਦੀ ਹੈ। ਦੂਜਾ ਆਪਣਾ ਜਿਹੜਾ ਪਾਣੀ ਹੈ, ਪਾਣੀ ਦਾ ਸਤਰ 3 ਮੀਟਰ ਤੋਂ ਥੱਲੇ ਹੋਵੇ ਤੇ ਆਪਣੀ ਜਿਹੜੀ ਮਿੱਟੀ ਦੇ ਅੰਦਰ 2 ਮੀਟਰ ਤੋਂ ਥੱਲੇ ਕੋਈ ਵੀ ਸਖਤ ਤੈਅ ਨਾ ਹੋਵੇ 2 ਮੀਟਰ ਤੱਕ। ਤਾਂ ਇਹ ਚੀਜ਼ਾਂ ਜਿਹੜੀ ਬਹੁਤ ਜ਼ਰੂਰੀ ਨੇ ਬਾਗ ਲਾਉਣ ਤੋਂ ਪਹਿਲਾਂ। ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਭੂਮੀ ਹੈ, ਜਿਹੜੀ ਜਗ੍ਹਾ ਨਾ ਚੋਣ ਕਰੋ ਜਿਹਦੇ ਅੰਦਰ ਪਾਣੀ ਦੀ ਮੰਨ ਲਓ ਸੇਮ ਵਾਲੀ ਜਗ੍ਹਾ ਹੋ ਜਾਂ ਉਹਦੀ ਲੂਣੀ ਹੋਵੇ ਜਾਂ ਜਿੱਥੇ ਜਲ ਭਰਾਵ ਹੁੰਦਾ, ਜਲ ਨਿਕਾਸੀ ਸਹੀ ਨਾ ਹੋਵੇ ਤਾਂ ਆਪਣੇ ਫਲਦਾਰ ਬੂਟੇ ਉਸ ਜਗ੍ਹਾ ਤੋਂ ਵਧੀਆ ਨਹੀਂ ਚੱਲਦੇ। ਸੋ ਡਾਕਟਰ ਸਾਹਿਬ, ਆਪਾਂ ਇਸ ਤੋਂ ਪਹਿਲਾਂ ਗੱਲ ਕਰ ਰਹੇ ਸੀ ਵੀ ਕਿ ਇਲਾਕਿਆਂ ਦੇ ਹਿਸਾਬ ਤੇ ਹੀ ਆਪਾਂ ਜਿਵੇਂ ਅਗਰ ਬਾਗ ਲਗਾਏ ਜਾਣ ਤਾਂ ਉਹ ਵਧੀਆ ਰਹਿੰਦਾ ਹੈ। ਤੇ ਆਪਾਂ ਜਿਵੇਂ ਦੇਖ ਰਹੇ ਸੀਗੇ ਵੀ ਤੁਸੀਂ ਕਹਿ ਰਹੇ ਸੀ ਵੀ ਆਪਾਂ 4 ਤਰੀਕਿਆਂ ਦੇ ਵਿੱਚ ਵੰਡੇ ਹੋਏ ਨੇ। ਤਾਂ ਜੇ ਆਪਾਂ ਆਪਣੇ ਜਿਹੜਾ ਆਪਣਾ ਏਰੀਆ ਉਹਦੀ ਗੱਲ ਕਰੀਏ ਤਾਂ ਇੱਥੇ ਆਪਾਂ ਕਿਹੜੀ ਬਿਜਾਈ ਕਰ ਸਕਦੇ ਹਾਂ? ਆਪਣੇ ਜਿਹੜਾ ਸਿੰਜੂ ਖੁਸ਼ਕ ਇਲਾਕੇ ਦੇ ਵਿੱਚ ਆਉਂਦਾ ਆਪਣਾ ਜਿਹੜਾ ਏਰੀਆ, ਆਪਣਾ ਜਿਹੜਾ ਖੇਤਰ ਹੈ, ਇਸ ਖੇਤਰ ਦੇ ਵਿੱਚ ਜਿਹੜੇ ਆਪਣੇ ਨਿੰਬੂ ਜਾਤੀ ਜਿੰਨੇ ਬੂਟੇ, ਕਿੰਨੂ ਆਪਣੇ ਬਹੁਤ ਵਧੀਆ ਹੋ ਸਕਦਾ ਹੈ, ਮਾਲਟਾ ਵਧੀਆ ਹੈ, ਤੇ ਆਪਣੇ ਗ੍ਰੇਪ ਫਰੂਟ ਤੇ ਆਪਣੇ ਜਿਹੜੇ ਅਮਰੂਦ ਬਹੁਤ ਵਧੀਆ ਚੱਲਦੇ ਆ, ਆਂਵਲਾ ਦੀ ਖੇਤੀ ਵਧੀਆ ਹੋ ਸਕਦੀ ਹੈ, ਬੇਰੀ, ਜਾਮੁਨ, ਕਿਉਂ ਇਧਰ ਆਪਣੇ ਜਿਹੜੀ ਮਿੱਟੀ ਦੀ ਪੀਐਚ ਜਿਹੜੀ ਵੱਧ ਹੋਣ ਉਹਦੇ ਹਿਸਾਬ ਦੇ ਨਾਲ ਚੱਲ ਸਕਦੀ ਹੈ।
ਤੇ ਜੇ ਆਪਾਂ ਹੋਰ ਦੇਖੀਏ, ਜਿਵੇਂ ਹੋਰ ਤੁਸੀਂ ਕਹਿ ਰਹੇ ਹੋ ਵੀ ਆਪਾਂ 4 ਹਿੱਸਿਆਂ 'ਚ ਇਲਾਕੇ ਵੰਡੇ ਨੇ, ਤਾਂ ਸਿੰਜੂ ਖੁਸ਼ਕ ਇਲਾਕੇ ਤੋਂ ਬਿਨਾਂ ਹੋਰ ਕਿਹੜੇ-ਕਿਹੜੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਹੋਰ ਚੀਜ਼ਾਂ ਦੀ ਬਿਜਾਈ ਕਰ ਸਕਦੇ ਹਾਂ? ਜਿਵੇਂ ਆਪਣੇ ਪਹਾੜੀ ਏਰੀਆ ਹੋ ਗਿਆ, ਪਹਾੜੀ ਏਰੀਆ 'ਚ ਜਿਵੇਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੋਪੜ ਦੇ ਖੇਤਰ ਜਿਹੜੇ ਉਸ ਦੇ ਅੰਦਰ ਜਿਵੇਂ ਅੰਬ ਹੋ ਗਈ, ਲੀਚੀ ਹੋ ਗਈ, ਉਹ ਵਧੀਆ ਬੂਟੇ ਚੱਲਦੇ ਨੇ। ਉੱਧਰ ਦਾ ਵਾਤਾਵਰਨ ਜਿਹੜਾ ਉਹਨਾਂ ਦੇ ਲਈ ਅਨੁਕੂਲ ਹੈ। ਪਹਾੜੀ ਇਲਾਕਾ ਜਿਹਨੂੰ ਪਹਾੜੀ ਇਲਾਕੇ 'ਚ ਇੱਕ ਆਉਂਦਾ ਕੇਂਦਰੀ ਇਲਾਕਾ। ਕੇਂਦਰੀ ਇਲਾਕਾ ਜਿਵੇਂ ਅੰਮ੍ਰਿਤਸਰ, ਲੁਧਿਆਣਾ, ਉਸ ਬੈਲਟ ਦੇ ਅੰਦਰ ਆਪਾਂ ਜਿਹੜੇ ਹੈ ਨਿੰਬੂ ਜਾਤੀ ਦੇ ਬੂਟੇ ਜਿੰਨੇ ਵੀ ਹੈ ਆਪਣੇ ਮੌਸਮੀ, ਮਾਲਟਾ, ਕਿੰਨੂ ਵਧੀਆ ਚੱਲਦੇ ਨੇ ਜੀ। ਤੇ ਅੰਬ ਕੁਛ ਹਿੱਸੇ ਦੇ, ਫਿਰ ਲੀਚੀ ਆ ਗਈ, ਚੀਕੂ ਵੀ ਉਸ ਏਰੀਏ 'ਚ ਆਪਣਾ ਮੁੱਖ ਫਸਲ ਨੇ ਜੀ। ਤੇ ਡਾਕਟਰ ਸਾਹਿਬ, ਇੱਕ ਜਿਵੇਂ ਅੱਜ ਕੱਲ੍ਹ ਜ਼ਿਆਦਾ ਰਿਵਾਜ ਦੇਖਣ ਨੂੰ ਮਿਲਦਾ ਕਿ ਲੋਕ ਸਟ੍ਰਾਬੇਰੀ ਵੀ ਲਾ ਰਹੇ ਨੇ, ਹਾਂਜੀ, ਹਨਾ, ਉਹਦੇ ਲਈ ਕਿਹੋ ਜਿਹੀ ਜਿਹੜਾ ਜ਼ਮੀਨ ਦਾ ਕਿਹੋ ਜਿਹਾ ਹਿਸਾਬ ਹੋਣਾ ਚਾਹੀਦਾ? ਸਟ੍ਰਾਬੇਰੀ ਦੀ ਖੇਤੀ ਅੱਜ ਕੱਲ੍ਹ ਮੁੱਖ ਪ੍ਰਚਲਨ 'ਚ ਹੈ। ਆਪਣੇ ਜਿਹੜੇ ਮੁਕਤਸਰ ਏਰੀਏ ਦੇ ਵਿੱਚ ਕਈ ਕਿਸਾਨ ਵੀਰ ਆਪਣੇ ਸਟ੍ਰਾਬੇਰੀ ਦੀ ਖੇਤੀ ਵੀ ਕਰ ਰਹੇ ਨੇ। ਉਹਦੇ ਲਈ ਮੁੱਖ ਸਮੱਸਿਆ ਕੀ ਆ ਰਹੀ ਹੈ ਕਿ ਬੂਟੇ ਨਹੀਂ ਮਿਲਦੇ ਆਪਣੇ। ਇਹ ਜਿਹੜੀ ਖੇਤੀ ਹੈ ਉਹ ਅਕਤੂਬਰ ਤੋਂ ਲੈ ਕੇ ਫਰਵਰੀ ਤੱਕ ਹੀ ਚੱਲਦੀ ਹੈ ਜੀ। ਇਹਨੂੰ ਆਪਾਂ ਸਦਾ ਬਹਾਰ ਚ ਨਹੀਂ ਲੈ ਕੇ ਜਾ ਸਕਦੇ। ਇਹਦਾ ਇੱਕ ਛੋਟਾ ਜਿਹਾ ਬੂਟਾ ਹੁੰਦਾ ਹੈ ਜਿਹੜਾ ਆਪਾਂ ਆਪਣੇ ਇੱਧਰ ਨਰਸਰੀ ਤਿਆਰ ਨਹੀਂ ਕਰ ਸਕਦੇ ਸਟ੍ਰਾਬੇਰੀ ਦੀ, ਗਰਮੀ ਹੋਣ ਕਰਕੇ। ਇਹ ਵੈਸੇ ਤਾਂ ਠੰਡੇ ਇਲਾਕੇ ਦੀ ਫਸਲ ਨੇ, ਜਿਵੇਂ ਜ਼ਿਆਦਾਤਰ ਹਿਮਾਚਲ ਔਰ ਇਸ ਏਰੀਏ ਦੇ ਵਿੱਚ ਆਪਣੀ ਸਟ੍ਰਾਬੇਰੀ ਜ਼ਿਆਦਾ ਹੁੰਦੀ ਹੈ। ਪਰ ਕਿਸਾਨ ਵੀਰ ਕੀ ਕਰਦੇ, ਆਪਣੇ ਏਰੀਏ ਦੇ ਵਿੱਚ ਜਿਵੇਂ ਮੰਨ ਲਓ ਅਕਤੂਬਰ ਤੋਂ ਲੈ ਕੇ ਫਰਵਰੀ ਦੇ ਵਿੱਚ ਇਹਨੂੰ ਆਪਣੇ ਵਧੀਆ ਖੇਤੀ ਲੈ ਸਕਦੇ ਆ ਸਟ੍ਰਾਬੇਰੀ ਦੀ ਜੀ। ਇਹਦੇ ਲਈ ਕੀ ਹੈ ਕਿ ਸਟ੍ਰਾਬੇਰੀ ਆਪਣੇ ਫਰਵਰੀ ਤੋਂ ਜਨਵਰੀ ਦੇ ਅੰਦਰ ਫਲ ਆਉਣਾ ਸਟਾਰਟ ਹੋ ਜਾਂਦਾ ਹੈ ਤੇ ਫਰਵਰੀ ਮਾਰਚ ਤੱਕ ਕਿਸਾਨ ਫਿਰ ਆਪਣਾ ਫਲ ਲੈ ਸਕਦੇ ਨੇ। ਪਰ ਮੁੱਖ ਸਮੱਸਿਆ ਇਹਦੇ ਅੰਦਰ ਜਿਹੜੀ ਇਨੀਸ਼ੀਅਲ ਇਨਵੈਸਟਮੈਂਟ ਜਿਹੜੀ ਹੈ, ਜੋ ਸ਼ੁਰੂਆਤੀ ਖਰਚਾ ਬਹੁਤ ਮਹਿੰਗੇ ਹੈ ਜੀ। ਹਾਂਜੀ। ਤੇ ਇੱਕ ਡਾਕਟਰ ਸਾਹਿਬ, ਜਿਵੇਂ ਆਪਾਂ ਕੰਢੀ ਇਲਾਕੇ ਹੁੰਦੇ ਨੇ ਜਿਹੜੇ, ਜਾਂ ਜਿਹੜੇ ਬੇਟ ਦਾ ਇਲਾਕਾ ਹੈ, ਉੱਥੇ ਆਪਾਂ ਕਿਸ ਤਰ੍ਹਾਂ ਦੇ ਆਪਾਂ ਜਿਹੜੇ ਬਾਗ ਲਾ ਸਕਦੇ ਹਾਂ? ਉਸ ਤਰ੍ਹਾਂ ਜਿਹੜੇ ਆਪਣੇ ਛੋਟੇ ਜਿਹੜੇ ਮਾਈਨਰ ਫਰੂਟ ਜਿਨ੍ਹਾਂ ਨੂੰ ਕਹਿੰਦੇ ਆ, ਉਹ ਬੂਟੇ ਆਪਾਂ ਉਸ ਤਰ੍ਹਾਂ ਉਧਰ ਬਾਗ ਦੇ ਤਵੱਜੋ ਜੀ, ਜਿਵੇਂ ਫਾਲਸਾ ਹੋ ਗਿਆ, ਕਰੌਂਦਾ ਹੋ ਗਿਆ ਜੀ। ਕੰਢੀ ਇਲਾਕੇ ਦੇ ਵਿੱਚ ਕਰੌਂਦਾ ਬਹੁਤ ਵਧੀਆ ਹੈ। ਜੇ ਉਹਦੀ ਪੌਸ਼ਟਿਕਤਾ ਦੇਖੀਏ ਤਾਂ ਉਹਦੇ ਅੰਦਰ ਰਿਚ ਸੋਰਸ ਆਫ ਆਇਰਨ ਹੈ, ਆਇਰਨ ਦਾ ਇੱਕ ਮੁੱਖ ਸਰੋਤ ਨੇ ਕਰੌਂਦਾ ਜੀ। ਸੋ ਕੁੱਲ ਮਿਲਾ ਕੇ ਅਗਰ ਆਪਾਂ ਪੰਜਾਬ ਨੂੰ 4 ਹਿੱਸਿਆਂ 'ਚ ਵੰਡ ਕੇ ਹਰ ਤਰੀਕੇ ਦਾ ਬਾਗ ਆਪਾਂ ਲਾ ਸਕਦੇ ਹਾਂ, ਤੇ ਇਸੇ ਤਰੀਕੇ ਦੇ ਨਾਲ ਸਾਡੇ ਕਿਸਾਨ ਵੀਰ ਹੈ ਜਿਹੜੇ ਉਹ ਬਾਗਬਾਨੀ ਦੇ ਵਿੱਚ ਆਪਣਾ ਸਮਾਂ ਲਾ ਕੇ ਤੇ ਚੰਗਾ ਮੁਨਾਫਾ ਲੈ ਸਕਦੇ ਨੇ ਜੀ। ਸੋ ਡਾਕਟਰ ਸਾਹਿਬ, ਅਗਰ ਆਪਾਂ ਜਿਵੇਂ ਹੁਣ ਗੱਲ ਕਰ ਰਹੇ ਹਾਂ ਬੂਟੇ ਲਾਉਣ ਤੋਂ ਪਹਿਲਾਂ, ਹਨਾ, ਮਿੱਟੀ ਦੀ ਪਰਖ ਆਪਾਂ ਬਹੁਤ ਵਾਰੀ ਗੱਲ ਕਰ ਲਈ ਕਿ ਬਹੁਤ ਜ਼ਰੂਰੀ ਚੀਜ਼ ਹੈ। ਕੋਈ ਵੀ ਫਸਲ ਬੀਜਦੇ ਹਾਂ, ਚਾਹੇ ਬਾਗ ਲਾ ਰਹੇ ਹਾਂ, ਤੇ ਜਿਹੜੇ ਮਿੱਟੀ ਦਾ ਨਮੂਨਾ ਆਪਾਂ ਲੈਣਾ ਉਹ ਕਿਵੇਂ ਲੈ ਸਕਦੇ ਹਾਂ? ਦੇਖੋ, ਕਿਸਾਨ ਵੀਰਾਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ, ਜਿਹੜੀ ਆਪਾਂ ਇੱਕ ਤੋਂ ਖਾद्य ਫਸਲ ਦੇ ਲਈ ਆਪਾਂ ਮਿੱਟੀ ਦਾ ਨਮੂਨਾ ਲੈਂਦੇ ਹਾਂ, ਹਾਂਜੀ, ਤਾਂ ਬਾਗ ਲਾਉਣ ਤੋਂ ਪਹਿਲਾਂ ਜਿਹੜਾ ਨਮੂਨਾ ਲੈਣਾ ਇਹ ਤਾਂ ਬਹੁਤ ਵੱਖਰਾ ਹੈ ਨਮੂਨਾ ਲੈਣ ਦਾ ਤਰੀਕਾ। ਕਿਉਂਕਿ ਬਾਗ ਲਾਉਣ, ਕਿਉਂਕਿ ਇਹਦੀ ਜਿਹੜੀ ਬੂਟੇ ਹੁੰਦੇ ਉਹਨਾਂ ਦੀ ਜੜ ਬਹੁਤ ਥੱਲੇ ਤੱਕ ਜਾਂਦੀ ਹੈ, ਹਾਂਜੀ, ਤਾਂ ਇਸ ਕਰਕੇ ਜਿਹੜੀ ਆਪਾਂ 2 ਮੀਟਰ ਦੀ ਡੂੰਘਾਈ ਤੱਕ ਆਪਾਂ ਮਿੱਟੀ ਦੇ ਨਮੂਨੇ ਲੈਣੇ ਹੈ ਜੀ। ਟੋਟਲ ਆਪਾਂ 7 ਨਮੂਨੇ ਲੈਣੇ ਹੈ ਮਿੱਟੀ ਦੇ, 7 ਅਲੱਗ-ਅਲੱਗ ਜਗ੍ਹਾ ਤੋਂ, ਅਲੱਗ-ਅਲੱਗ ਤਈ ਤੋਂ। ਅੱਛਾ ਜੀ। ਜਿਵੇਂ ਕਿ 0 ਤੋਂ 15 ਸੈਂਟੀਮੀਟਰ ਤੋਂ ਇੱਕ ਪਹਿਲਾ ਨਮੂਨਾ ਜੀ, 15 ਤੋਂ 30 ਸੈਂਟੀਮੀਟਰ ਤੱਕ ਦੂਜਾ, 30 ਤੋਂ 60, 60 ਤੋਂ 90, 90 ਤੋਂ 120, 120 ਤੋਂ 150 ਜੀ, 150 ਤੋਂ 200। ਇਸ ਤਰ੍ਹਾਂ ਕੁੱਲ 7 ਨਮੂਨੇ ਲੈਣੇ ਅਲੱਗ-ਅਲੱਗ ਥੈਲੀ ਦੇ ਵਿੱਚ ਅੱਧਾ ਕਿਲੋ ਦੇ ਕਿ ਹਰ ਇੱਕ ਤਈ ਤੋਂ ਆਪਾਂ ਨਮੂਨਾ ਲੈ ਕੇ ਮਿੱਟੀ ਦਾ ਸੈਂਪਲ ਹੈ। ਉੱਤੇ ਆਪਾਂ ਜਿਹੜੀ ਥੈਲੀ ਦੇ ਉੱਪਰ ਖੇਤ ਦਾ ਰਕਬਾ ਨੰਬਰ ਤੇ ਮਿੱਟੀ ਪਰਖ ਪ੍ਰਯੋਗਸ਼ਾਲਾ ਤੇ ਹੀ ਜਾਂਚ ਕਰਵਾਓ ਜੀ। ਸੋ ਬੂਟਿਆਂ ਦੀ ਕਿਸਮਾਂ ਦੀ ਚੋਣ ਕਰਨ ਸਮੇਂ ਅਸੀਂ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤ ਸਕਦੇ ਹਾਂ? ਕੋਈ ਵੀ ਫਲਦਾਰ ਬੂਟੇ ਤੋਂ ਮੁਨਾਫਾ ਲੈਣ ਦੇ ਲਈ ਨਿਰਭਰ ਕਰਦੀ ਹੈ ਤੁਸੀਂ ਕਿਸਮ ਕਿਹੜੀ ਚੋਣ ਕਰਦੇ ਨੇ ਜੀ। ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਹੁਤ ਨਵੀਆਂ ਕਿਸਮਾਂ ਆ ਗਈ ਨੇ। ਕੋਈ ਵੀ ਪੰਜਾਬ ਪ੍ਰਦੇਸ਼ ਦੇ ਕਿਸਾਨ ਵੀਰਾਂ ਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ। ਜਿਹੜੇ ਫਲਦਾਰ ਬੂਟੇ ਜਿਹੜੇ ਆਪਣੇ ਇਲਾਕੇ ਦੇ ਜਿਹੜੀ ਬੂਟੇ ਵਧੀਆ ਹੋ ਸਕਦੇ ਹੈ ਉਹਦੇ ਮੁਤਾਬਿਕ ਹੀ ਜਿਹੜੀ ਕਿਸਮ ਤਿਆਰ ਕੀਤੀ ਗਈ ਹੈ। ਜੇਕਰ ਆਪਾਂ ਗੱਲ ਕਰੀਏ ਆਪਣੇ ਜਿਹੜੇ ਮੁੱਖ ਜਿਹੜੇ ਫਲ ਨੇ ਉਹਦੇ ਅੰਦਰ, ਜਿਵੇਂ ਸਭ ਤੋਂ ਪਹਿਲਾਂ ਲਈਏ ਗੱਲ ਕਰੀਏ ਨਿੰਬੂ ਜਾਤੀ ਦੇ ਬੂਟਿਆਂ ਦੇ ਵਿੱਚ ਮੇਨ ਪਹਿਲਾ ਸੰਤਰੇ ਦੇ ਹੇਠ ਜਿਹੜਾ ਹੈ ਆਪਣੇ ਜਿਹੜੇ ਨਿੰਬੂ ਜਾਤੀ ਦੇ 4 ਵਿਭਾਗਾਂ 'ਚ ਵੰਡੇ ਗਏ। ਪਹਿਲਾਂ ਆਉਂਦਾ ਸੰਤਰੇ ਦੇ ਅੰਦਰ ਜਿਹੜੀ ਕਿਸਮ ਕਿੰਨੂ ਇੱਕ ਹਾਈਬ੍ਰਿਡ ਬਣਾਏ ਗਏ ਨੇ ਜੀ। ਤਾਂ ਕਿੰਨੂ 1962 ਦੇ ਵਿੱਚ ਆਪਣੇ ਸਭ ਤੋਂ ਪਹਿਲਾਂ ਆਪਣੀ ਜਿਹੜੀ ਵੈਰਾਈਟੀ ਆਈ ਸੀ ਕਿੰਨੂ ਇੱਕ ਹਾਈਬ੍ਰਿਡ ਨੇ ਜੀ। ਉਸ ਤੋਂ ਬਾਅਦ ਹੁਣ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਨਵੀਂ ਕਿਸਮ ਇਜਾਦ ਕੀਤੀ ਹੈ ਇਹਦੇ ਅੰਦਰ ਹੀ, PAU ਕਿੰਨੂ ਨੰਬਰ 1, ਜਿਹਦੇ ਅੰਦਰ ਬੀਜ ਦੀ ਮਾਤਰਾ ਇਹਨੂੰ ਕਹਿ ਸਕਦੇ ਹਾਂ ਬੀਜ ਰਹਿਤ
ਕਿਸਮ। ਬੀਜ ਦੀ ਮਾਤਰਾ ਬਹੁਤ ਘੱਟ ਨੇ, 0 ਤੋਂ 7 ਨੰਬਰ ਤੱਕ ਇਹਦੇ ਅੰਦਰ ਬੀਜ ਹੁੰਦੇ ਨੇ ਜੀ। ਉਸ ਤੋਂ ਬਾਅਦ ਆਪਣੀ ਇੱਕ ਨਵੀਂ ਵੈਰਾਈਟੀ ਆਈ ਡੇਜ਼ੀ ਕਰਕੇ ਜੀ। ਡੇਜ਼ੀ ਦਾ ਮੁੱਖ ਜਿਹੜਾ ਹੈ ਆਪਣਾ ਜਿਹੜਾ ਇਹ ਅਗੇਤੀ ਵੈਰਾਈਟੀ ਹੈ ਜੀ। ਕਿੰਨੂ ਆਪਣਾ ਫਰਵਰੀ ਮਾਰਚ ਦੇ ਵਿੱਚ ਪੱਕਰ ਤਿਆਰ ਹੁੰਦਾ, ਜਿਹੜੀ ਸਹੀ ਮਿਠਾਸ ਬਣਦੀ ਹੈ। ਡੇਜ਼ੀ ਆਪਣਾ ਨਵੰਬਰ ਦੇ ਵਿੱਚ ਪੱਕਰ ਤਿਆਰ ਹੋ ਜਾਂਦਾ ਹੈ ਜੀ। ਤੋ ਇਸ ਕਰਕੇ ਜਿਹੜੀ ਇੱਕ ਅਗੇਤੀ ਵੈਰਾਈਟੀ ਦੀ ਆਪਾਂ ਨੂੰ ਜਿਹੜੀ ਕਿਸਮ ਦੀ ਆਪਾਂ ਨੂੰ ਲੋੜ ਸੀਗੀ, ਤੋ ਇਸ ਕਰਕੇ ਆਪਣੇ ਖੇਤੀਬਾੜੀ ਯੂਨੀਵਰਸਿਟੀ ਨੇ ਡੇਜ਼ੀ ਕਰਕੇ ਵੈਰਾਈਟੀ ਨਵੀਂ ਕਿਸਮ ਕੱਢੀ, ਇਸ ਤੋਂ ਅਗੇਤਾ ਸਾਨੂੰ ਫਲ ਮਿਲ ਜਾਂਦਾ। ਇਸ ਤੋਂ ਇਲਾਵਾ ਇਹਦੇ ਅੰਦਰ ਇੱਕ ਡਬਲਯੂ ਮਾਰਕੀਟ ਹੈ ਜੀ। ਮਾਰਕੀਟ ਵੈਰਾਈਟੀ ਕਿਸਮ ਜਿਹੜੀ ਹੈ ਉਹ ਵਧੀਆ ਕਿਸਮ ਨੇ। ਫਿਰ ਗੱਲ ਕਰੀਏ ਆਪਾਂ ਮਾਲਟਾ ਦੀ। ਹਾਂਜੀ, ਮਾਲਟਾ ਦੇ ਅੰਦਰ ਆਪਣੀ ਜਿਹੜੀ ਬਲੱਡ ਰੈਡ ਹਾਂਜੀ, ਜਾਫਾ ਜੀ ਤੇ ਆਪਣੀ ਵੈਲੈਂਸੀਆ, ਇਹ 3 ਜਿਹੜੀ ਵੈਰਾਈਟੀ ਹੈ ਬਹੁਤ ਵਧੀਆ ਵੈਰਾਈਟੀ ਹੈ ਮਾਲਟਾ ਦੇ ਅੰਦਰ ਜੀ। ਤੇ ਜਿਨ੍ਹਾਂ ਨੂੰ ਮਤਲਬ ਵੀ ਕੋਈ ਇਹਦੇ ਚੋਂ ਅਗੇਤੀ ਬੀਜੇ ਜਾਣ ਵਾਲੀ ਵੀ ਹੈ, ਤੇ ਇਹਨਾਂ ਦਾ ਝਾੜ 'ਚ ਤਾਂ ਨਹੀਂ ਕੋਈ ਉਹ ਫਰਕ ਪੈਂਦਾ? ਝਾੜ ਆਪਾਂ ਦੇਖੋ ਜੇ ਗੱਲ ਕਰੀਏ ਅਲੱਗ-ਅਲੱਗ ਕਿਸਮਾਂ ਦਾ ਅੱਡੋ-ਅੱਡ ਝਾੜ ਨੇ, ਕੋਈ ਜ਼ਿਆਦਾ ਫਰਕ ਨਹੀਂ ਹੈ ਜੀ। 2 ਜਾਂ 4 ਕਿਲੋ ਦਾ ਹੀ ਹੁੰਦਾ, ਜਿਵੇਂ 5 ਸਾਲ ਦੇ ਬੂਟੇ 'ਚੋਂ ਆਪਾਂ 50 ਤੋਂ 55 ਕਿਲੋ ਜਿਹੜੀ ਫਲ ਲੈ ਸਕਦੇ ਹਾਂ, ਪੈਦਾਵਾਰ ਲੈ ਸਕਦੇ ਹਾਂ ਮਾਲਟਾ ਦੇ ਬੂਟੇ ਤੋਂ ਜੀ। ਸੋ ਡਾਕਟਰ ਸਾਹਿਬ, ਆਪਾਂ ਇਹਦੇ ਤੋਂ ਪਹਿਲਾਂ ਨਾ ਆਪਾਂ ਗੱਲ ਕੀਤੀ ਸੀ ਮਿੱਟੀ ਪਰਖ ਦੀ, ਤੇ ਮੰਨ ਲਓ ਜੇ ਕੋਈ ਵੀ ਆਪਾਂ ਜਿਵੇਂ ਗੱਲ ਕੀਤੀ ਵੀ ਆਪਾਂ ਉਹਦੇ ਚੋਂ 7 ਤਹਿਾਂ ਦੇ ਹਿਸਾਬ ਤੇ ਆਪਾਂ ਉਹਦੇ 7 ਨਮੂਨੇ ਲੈਣੇ ਆ, ਤੇ ਜੇ ਮੰਨ ਲਓ ਕੋਈ ਵੀ ਇੱਕ ਸਖਤ ਜਗ੍ਹਾ ਆ ਜੇ, ਪਥਰੀਲੀ ਜਗ੍ਹਾ ਹੋਵੇ, ਤਾਂ ਆਪਾਂ ਉਹਦੇ ਵਿੱਚੋਂ ਕਿਸ ਹਿਸਾਬ ਦੇ ਨਾਲ ਨਮੂਨਾ ਲਵਾਂਗੇ? ਜੇਕਰ ਆਪਣੇ ਕੋਈ ਵੀ ਕਿਸੇ ਵੀ ਤਹਿ ਤੇ ਆਪਣੇ ਕੋਈ ਸਖਤ ਤਹਿ ਆ ਜੇ, ਹਾਂਜੀ ਜੀ, ਕੰਕਰ ਵਾਲੀ ਮਿੱਟੀ ਆ ਜੇ, ਉਹਦਾ ਨਮੂਨਾ ਆਪਾਂ ਵੱਖਰਾ ਲੈਣਾ ਹੈ ਜੀ। ਤਾਂ ਉਹਨੂੰ ਆਪਾਂ 7 ਤੋਂ ਵੱਖਰਾ ਨਮੂਨਾ ਲੈ ਕੇ ਚੱਲਾਂਗੇ, ਲੈ ਕੇ ਉਹ ਉੱਪਰ ਲਿਖਣਾ ਵੀ ਹੈ ਉਹਦੇ ਉੱਤੇ, ਲਿਖ ਕੇ ਕਿ ਬਈ ਇਹਦੇ ਅੰਦਰ ਥੋੜੀ ਕੰਕਰ ਵਾਲੀ ਜ਼ਮੀਨ ਸੀ, ਇਹ ਇਸ ਤਈ ਤੋਂ ਆਈ ਹੈ ਜੀ। ਸੋ ਸਾਡੇ ਸਰੋਤਿਆਂ ਨੂੰ ਦੱਸ ਦਈਏ ਕਿ ਸਾਡੇ ਨਾਲ ਬਣੇ ਹੋਏ ਨੇ ਜੀ ਡਾਕਟਰ ਚੇਤਕ ਬਿਸ਼ਨੋਈ, ਬਾਗਬਾਨੀ ਵਿਗਿਆਨੀ ਰੀਜਨਲ ਰਿਸਰਚ ਸੈਂਟਰ ਬਠਿੰਡਾ ਤੋਂ, ਤੇ ਉਹ ਗੱਲ ਜਾਣਕਾਰੀ ਦੇ ਰਹੇ ਨੇ ਜੀ ਸਦਾ ਬਹਾਰ ਫਲਦਾਰ ਬੂਟੇ ਲਗਾਉਣ ਦੇ ਸਬੰਧ ਦੇ ਵਿੱਚ। ਤੇ ਸਾਡੇ ਸਰੋਤੇ ਸਟੂਡੀਓ ਦਾ ਨੰਬਰ 0164240331 ਡਾਇਲ ਕਰਕੇ ਡਾਕਟਰ ਸਾਹਿਬ ਤੋਂ ਕੋਈ ਵੀ ਸਵਾਲ ਪੁੱਛ ਸਕਦੇ ਨੇ ਅੱਜ ਦੇ ਵਿਸ਼ੇ ਦੇ ਸਬੰਧ ਦੇ ਵਿੱਚ। ਸੋ ਡਾਕਟਰ ਸਾਹਿਬ, ਅੱਗੇ ਵਧਦੇ ਹੋਏ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗੀ ਕਿ ਬੂਟੇ ਲਾਉਣੇ ਆ ਹੁਣ ਜਦੋਂ ਆਪਾਂ ਬਾਗ ਦੇ ਵਿੱਚ, ਤਾਂ ਬੂਟੇ ਲਾਉਣ ਦਾ ਕੋਈ ਖਾਸ ਤਰੀਕਾ ਜਾਂ ਕੋਈ ਹੋਰ ਕੋਈ ਵਿਧੀ ਜਿਹੜੀ ਸਾਡੇ ਕਿਸਾਨ ਵੀਰਾਂ ਦੇ ਲਈ ਮਤਲਬ ਫਾਇਦੇਮੰਦ ਹੋਵੇ? ਬੂਟੇ ਲਾਉਣ ਦੇ ਵੇਲੇ ਇਹ ਚੀਜ਼ ਧਿਆਨ ਰੱਖਣੀ ਹੈ, ਜਦੋਂ ਵੀ ਆਪਾਂ ਕੋਈ ਬਾਗ ਦੇ ਵਿੱਚ ਬੂਟੇ ਲਾਣੇ ਹੈ ਤਾਂ ਕਿਸਮਾਂ ਦੀ ਚੋਣ ਕਰਕੇ ਜੀ, ਤਾਂ ਉਹ ਕਿਸਮ ਕਿੰਨੇ ਫਾਸਲੇ ਤੇ ਲਾਣੀ ਹੈ, ਸਭ ਤੋਂ ਪਹਿਲਾਂ ਉਹ ਚੀਜ਼ ਧਿਆਨ ਰੱਖੀਏ। ਅੱਜ 2 ਤਰੀਕੇ ਨਾਲ ਆਪਾਂ ਫਲਦਾਰ ਬੂਟੇ ਆਪਾਂ ਆਪਣੇ ਬਾਗ ਦੇ ਵਿੱਚ ਲਾ ਸਕਦੇ ਹਾਂ ਜੀ। ਇੱਕ ਤੋਂ ਜਿਹੜਾ ਹੈ ਰਿਵਾਇਤੀ ਢੰਗ ਜਿਹੜਾ ਪਿੱਛੇ ਤੋਂ ਚੱਲਿਆ ਆ ਰਿਹਾ ਹਾਂਜੀ, ਉਹਨੂੰ ਵਰਤ ਕੇ, ਜਾਂ ਫਿਰ ਆਪਾਂ ਜਿਹੜੀ ਹੁਣ ਸੰਘਣੀ ਪ੍ਰਣਾਲੀ ਵਿਧੀ ਦੁਆਰਾ ਵੀ ਆਪਾਂ ਹੁਣ ਆਪਣੇ ਬਾਗ ਦੀ ਬੂਟੇ ਲਾ ਸਕਦੇ ਹਾਂ। ਸਭ ਤੋਂ ਪਹਿਲਾਂ ਆਪਣੇ ਬੂਟੇ ਲਾਉਣ ਦੇ ਟਾਈਮ ਆਪਾਂ ਨਿਸ਼ਾਨਦੇਹੀ ਕਰੀਏ ਜੀ ਕਿ ਕਿੰਨੇ ਫਾਸਲੇ ਤੇ ਆਪਾਂ ਕਿਹੜੇ ਫਲਦਾਰ ਬੂਟੇ ਲਾ ਸਕਦੇ। ਅਲੱਗ-ਅਲੱਗ ਬੂਟਿਆਂ ਦਾ ਅਲੱਗ-ਅਲੱਗ ਫਾਸਲਾ ਹੁੰਦਾ ਹੈ, ਜਿਵੇਂ ਕਿ ਆਪਾਂ ਨਿੰਬੂ, ਅਮਰੂਦ, ਅਲੂਚਾ, ਇਹਨਾਂ ਨੂੰ ਆਪਾਂ 20 ਬਾਈ 20 ਫੁੱਟ ਤੇ ਲਾਉਣਾ ਹੈ, 6 ਬਾਈ 6 ਮੀਟਰ ਤੇ। ਇਸ ਤਰ੍ਹਾਂ ਆਪਣੇ ਜਿਹੜੇ 1 ਏਕੜ ਦੇ ਵਿੱਚ 110 ਬੂਟੇ ਲੱਗ ਸਕਦੇ ਨੇ ਜੀ। ਜੇ ਆਪਾਂ ਗੱਲ ਕਰੀਏ ਸੰਘਣੀ ਪ੍ਰਣਾਲੀ ਦੀ ਵਿਧੀ ਦੇ ਦੁਆਰਾ, ਜੇ ਆਪਾਂ ਲਾਣਾ ਹੈ ਅਮਰੂਦ, ਅਲੂਚਾ, ਕਿੰਨੂ, ਤੋਂ 6 ਬਾਈ 3 ਮੀਟਰ ਤੇ 220 ਬੂਟੇ ਆਪਾਂ 1 ਏਕੜ ਦੇ ਵਿੱਚ ਲਾ ਸਕਦੇ ਹਾਂ। ਇਸੇ ਤਰ੍ਹਾਂ ਜੇ ਅਮਰੂਦ ਹੈ 6 ਬਾਈ 5 ਮੀਟਰ ਤੇ 132 ਬੂਟੇ ਆਪਾਂ ਅਮਰੂਦ ਦੇ ਲਾ ਸਕਦੇ ਹਾਂ ਜੀ। ਜਿਵੇਂ ਨਾਸਪਤੀ, ਬੇਰ, ਆਂਵਲਾ, ਇਹਨਾਂ ਦਾ ਜਿਹੜਾ ਫਾਸਲਾ ਉਹ 7.5 ਬਾਈ 7.5 ਮੀਟਰ ਦਾ ਹੁੰਦਾ ਹੈ ਜੀ, ਕਿਉਂਕਿ ਇਹਨਾਂ ਦਾ ਜਿਹੜਾ ਫਲਦਾਰ ਬੂਟੇ ਛਤਰੀ ਜਿਹੜੀ ਹੈ ਜ਼ਿਆਦਾ ਹੁੰਦੀ ਹੈ, ਇਹਦੇ ਅੰਦਰ ਜਿਹੜੇ ਆਪਾਂ ਸੌਖਾ ਹੈ ਜਿਹੜੀ ਆਪਾਂ ਕਲਚਰਲ ਪ੍ਰੈਕਟਿਸਿਸ ਕਰਨੀ, ਜਿਵੇਂ ਮੰਨ ਉਹਨੂੰ ਬਾਗ ਨੂੰ ਵਾਹੁਣਾ ਬਹੁਤ ਸੌਖਾ ਹੈ ਜੀ। ਇਸ ਕਰਕੇ 7.5 ਬਾਈ 7.5 ਮੀਟਰ ਤੇ ਇਸ ਤਰ੍ਹਾਂ ਬੇਰ, ਨਾਸਪਤੀ, ਆਂਵਲਾ ਦੇ 72 ਬੂਟੇ 1 ਏਕੜ ਦੇ ਵਿੱਚ ਲੱਗਣੇ ਜੀ ਜੀ। ਸੋ ਡਾਕਟਰ ਸਾਹਿਬ, ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲਦੇ ਹੋ? ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ ਸਹੀ। ਹੈਲੋ ਹਾਂਜੀ ਡਾਕਟਰ ਸਾਹਿਬ, ਤੁਹਾਡੀ ਆਵਾਜ਼ ਸੁਣ ਰਹੇ ਨਹੀਂ ਜੀ, ਤੁਸੀਂ ਉਹਨਾਂ ਤੋਂ ਆਪਣਾ ਸਵਾਲ ਪੁੱਛੋ ਜੀ। ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੇ ਅੰਗੂਰਾਂ ਦੀਆਂ ਬੱਲਾਂ ਤਿਆਰ ਕਰੀਆਂ ਨੇ ਜੀ, ਹੁਣ ਦਾਬ ਨਾਲ ਲੱਗਣਗੀਆਂ ਕਿ ਕਿਵੇਂ ਉਹਨੂੰ ਪੇਂਟ ਪੂੰਟ ਚੜ੍ਹਦੀ ਹੈ? ਨਹੀਂ, ਅੰਗੂਰਾਂ ਦੀ ਬੱਲਾ 2 ਤਰੀਕੇ ਨਾਲ ਤਿਆਰ ਹੁੰਦੀ ਹੈ। ਇੱਕ ਤੁਸੀਂ ਕਲਮਾਂ ਨਾਲ ਤਿਆਰ ਕੀਤੀ ਹੈ, ਕਿਵੇਂ? ਨਾ ਜੀ, ਮੈਂ ਤਾਂ ਮਤਲਬ ਟੱਕੇ ਵੱਢ ਕੇ ਲਾਏ ਪਏ ਨੇ ਲਿਫਾਫਿਆਂ 'ਚ।
ਹਾਂ, ਹੁਣ ਫੁਟਾਰਾ ਲੈਣ ਦਾ ਟਾਈਮ ਹੈ, ਕੋਈ ਪੱਤੇ ਨਿਕਲ ਰਹੇ ਉਹਦੇ ਅੰਦਰ? ਹਾਂਜੀ, ਪੱਤੇ ਫੁੱਟ ਰਹੇ ਨੇ। ਹਾਂਜੀ ਹਾਂਜੀ। ਹਾਂ, ਵੀ ਹੁਣ ਉਹ ਇਸ ਤੋਂ ਬਾਅਦ ਕਦੋਂ ਲੱਗ ਗਏ ਉਹਨਾਂ ਨੂੰ ਕੱਢ ਕੇ ਲਿਫਾਫਿਆਂ 'ਚੋਂ? ਨਹੀਂ, ਹੁਣ ਬਹੁਤ ਸਹੀ ਸਮਾਂ ਹੈ ਇਸ ਟਾਈਮ। ਤੁਸੀਂ ਉਹਨਾਂ ਨੂੰ ਖੇਤ ਦੇ ਵਿੱਚ ਲਾ ਲਓ ਜਾਂ ਜ਼ਮੀਨ ਦੇ ਵਿੱਚ ਲਾ ਦਿਓ ਲਿਫਾਫੇ ਕੱਟ ਕੇ। ਅੱਛਾ ਜੀ, ਧੰਨਵਾਦ ਜੀ। ਹਾਂਜੀ, ਧੰਨਵਾਦ ਜੀ, ਸ਼ੁਕਰੀਆ ਜੀ। ਸੋ ਡਾਕਟਰ ਸਾਹਿਬ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਹੁਣ ਬੂਟਿਆਂ ਦੇ ਵਿੱਚ, ਹੈ ਨਾ ਜੀ, ਕਿਵੇਂ ਕਤਾਰ ਤੋਂ ਕਤਾਰ ਦਾ ਫਾਸਲਾ ਹੋਣਾ ਚਾਹੀਦਾ ਹੈ, ਤੇ ਉਸ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ, ਪਹਿਲਾਂ ਇਹੀ ਪੁੱਛੂੰਗੀ ਕਿ ਜਿਹੜੀ ਆਪਾਂ ਬੂਟਿਆਂ ਦੀ ਚੋਣ ਕਰਨੀ ਹੈ, ਚਾਹੇ ਆਪਾਂ ਨਰਸਰੀ ਤੋਂ ਲੈ ਰਹੇ ਹਾਂ, ਜਿਵੇਂ ਇਹਨਾਂ ਨੇ ਵੀ ਇਹੀ ਸਵਾਲ ਪੁੱਛਿਆ ਕਿ ਵੀ ਹੁਣ ਬੂਟੇ ਲਾਉਣ ਦਾ ਜੋ ਮਤਲਬ ਕਿ ਵੀ ਸਮਾਂ ਆ ਗਿਆ, ਤਾਂ ਅਸੀਂ ਬੂਟਿਆਂ ਦੀ ਚੋਣ ਕਿਵੇਂ ਕਰ ਸਕਦੇ ਹਾਂ? ਬੂਟਿਆਂ ਦੀ ਚੋਣ ਕਰਨ ਵੇਲੇ ਤੁਸੀਂ ਇਹ ਚੀਜ਼ ਦੇਖਣੀ ਹੈ ਕਿ ਆਪਾਂ ਜੋ ਵੀ ਬੂਟਾ ਲੈ ਰਹੇ ਹਾਂ, ਜਿਹੜੀ ਕਿਸਮ ਲੈ ਰਹੇ ਹਾਂ, ਉਹ ਬੂਟੇ ਚੰਗੀ ਨਸਲ ਦੇ ਹੋਵੇ, ਚੰਗੀ ਕਿਸਮ ਦੇ ਹੋਵੇ, ਸਿਹਤਮੰਦ ਹੋਵੇ। ਹਾਂਜੀ। ਤੇ ਅਤੇ ਬਿਮਾਰੀਆਂ ਅਤੇ ਕੀੜਿਆਂ ਦੇ ਰੋਗ ਤੋਂ ਮੁਕਤ ਹੋਵੇ, ਸਭ ਤੋਂ ਪਹਿਲੀ ਗੱਲ। ਦੂਜੀ ਗੱਲ, ਆਪਾਂ ਜਿਹੜੀ ਬੂਟੇ ਲੈਣੇ ਹੈ ਉਹ ਪ੍ਰਮਾਣਿਤ ਨਰਸਰੀ ਤੋਂ ਹੀ ਲੈਣੇ ਹੈ, ਸਰਕਾਰੀ ਅਦਾਰੇ ਤੋਂ। ਜੀ, ਜਿਵੇਂ ਆਪਣੇ ਖੇਤੀਬਾੜੀ ਯੂਨੀਵਰਸਿਟੀ ਦੀ 9 ਨਰਸਰੀ ਨੇ। ਜੀ ਜੀ, ਫਲਦਾਰ ਨਰਸਰੀ 9 ਜਗ੍ਹਾ ਹੀ ਅਸੀਂ ਮਤਲਬ ਇੱਕ ਪ੍ਰਮਾਣਿਤ ਜਗ੍ਹਾ ਤੋਂ, ਪ੍ਰਮਾਣਿਤ ਨਰਸਰੀ ਜਿਹੜੀ ਨੇੜੇ ਹੋਵੇ, ਆਪਾਂ ਉਸੇ ਨਰਸਰੀ ਤੋਂ ਹੀ ਬੂਟੇ ਲੈਣੇ ਨੇ। ਜੀ ਬਿਲਕੁਲ। ਸੋ ਬੂਟੇ ਜਿਹੜੇ ਆਪਾਂ ਜਦੋਂ ਖਰੀਦਣੇ ਆ, ਹੁਣ ਆਪਾਂ ਉਹੀ ਗੱਲ ਕੀਤੀ ਹੈ ਵੀ ਇਹਦੇ ਵੇਲੇ ਆਪਾਂ ਹੋਰ ਕਿਹੜੀਆਂ ਚੀਜ਼ਾਂ ਦਾ ਵੀ ਧਿਆਨ ਹੋਰ ਰੱਖ ਸਕਦੇ ਆ, ਵੀ ਜਿਵੇਂ ਸਦਾ ਬਹਾਰ ਵਾਲੇ ਜਿਹੜੇ ਬੂਟੇ ਆ, ਫਲਦਾਰ ਬੂਟੇ ਆ, ਉਹਨਾਂ ਦੇ ਵੇਲੇ ਅਸੀਂ ਉਹਨੂੰ ਕਿਵੇਂ ਲੈ ਸਕਦੇ ਆ, ਉਹਨਾਂ ਵੇਲੇ ਸਾਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ, ਤੇ ਜੇ ਅਸੀਂ ਪਤਝੜ ਵਾਲੇ ਬੂਟਿਆਂ ਦੀ ਗੱਲ ਕਰ ਰਹੇ ਹਾਂ ਤਾਂ ਉਹਨਾਂ ਵੇਲੇ ਅਸੀਂ ਕਿਸ ਤਰ੍ਹਾਂ ਦਾ? ਪਤਝੜ ਬੂਟੇ ਦੇ ਵਿੱਚ ਆਪਾਂ ਉਸ ਟਾਈਮ ਕੀ ਹੈ ਕਿ ਉਹ ਬਿਨਾਂ ਗਾਚੀ ਤੋਂ ਹੀ ਲੱਗਦੇ ਆ। ਪਤਝੜੀ ਬੂਟੇ ਹੈ ਉਹ ਆਪਾਂ 2 ਸਾਲ 3 ਸਾਲ ਦੇ ਵੀ ਬੂਟੇ ਆਪਾਂ ਜ਼ਮੀਨ ਤੋਂ ਪੱਟ ਕੇ ਦਸੰਬਰ ਜਨਵਰੀ ਦੇ ਵਿੱਚ ਆਪਾਂ ਆਪਣੇ ਖੇਤ ਦੇ ਵਿੱਚ ਲਾ ਸਕਦੇ ਹਾਂ ਜੀ। ਪਰ ਸਦਾਬਹਾਰ ਬੂਟੇ ਜਿੰਨੇ ਛੋਟੇ ਹੋਏ, 1 ਸਾਲ 1.5 ਸਾਲ ਦੇ ਬੂਟੇ, ਉਹ ਹੀ ਉਹਨਾਂ ਨੂੰ ਹੀ ਤਵੱਜੋ ਦੀਜੀਏ। ਜ਼ਿਆਦਾ ਬੜੇ ਬੂਟੇ ਜਿਹੜੇ ਆਪਣੇ ਸਹੀ ਨਹੀਂ ਚੱਲਦੇ। ਇੱਕ ਚੀਜ਼, ਜਿਵੇਂ ਫਲਦਾਰ ਬੂਟੇ ਪਿਉਂਦ ਕੀਤੇ ਹੁੰਦੇ ਆ, ਹਾਂਜੀ, ਤਾਂ ਆਪਾਂ ਉਹ ਚੀਜ਼ ਦੇਖਣੀ ਹੈ ਕਿ ਜਿੱਥੋਂ ਪਿਉਂਦ ਕੀਤੀ ਹੈ ਉਹ ਜੜ ਮੂਲ ਸਹੀ ਕੀਤੀ ਹੋਈ ਹੈ, ਕਿ ਉਹ ਜਿਹੜੀ ਧਰਤੀ ਤੋਂ 1 ਫੁੱਟ ਉੱਪਰ ਕੀਤੀ ਹੋਈ ਹੈ, ਉਹਦੇ ਅੰਦਰ ਕੋਈ ਗੈਪ ਤਾਂ ਨਹੀਂ ਹੈਗੇ, ਬੂਟੇ ਦੇ ਅੰਦਰ ਕੋਈ ਮੰਨ ਲਓ ਬਿਮਾਰੀ ਨਹੀਂ ਹੋਵੇ ਜੀ। ਤਾਂ ਉਹ ਚੀਜ਼ ਆਪਾਂ ਦੇਖਣੀ ਹੈ ਪਿਉਂਦ ਕੀਤੇ ਹੋਏ ਬੂਟੇ ਦੇ। ਜੀ, ਚੰਗੀ ਤਰ੍ਹਾਂ ਦੇਖ ਪਰਖ ਕੇ ਉਹਨੂੰ ਤਰੀਕੇ ਨਾਲ ਆਪਾਂ ਉਹਨੂੰ ਪੱਟ ਕੇ ਜਾਂ ਸਹੀ ਉਮਰ ਦਾ ਹੀ ਆਪਾਂ ਬੂਟਾ ਆਪਦੇ ਬਾਗ ਦੇ ਵਿੱਚ ਲੈ ਕੇ ਜਾਣਾ। ਸੋ ਬੂਟੇ ਜਦੋਂ ਆਪਾਂ ਲਗਾਉਣੇ ਆ, ਉਸ ਤੋਂ ਬਾਅਦ ਉਹਦਾ ਪਾਣੀ ਪ੍ਰਬੰਧ ਵੀ ਹੁੰਦਾ ਹੈ ਸਰ, ਤਾਂ ਉਸ ਸਮੇਂ ਅਸੀਂ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ? ਜਦੋਂ ਵੀ ਆਪਾਂ ਬੂਟੇ ਲਾਉਂਦੇ ਹਾਂ, ਦੇਖੋ, ਸਭ ਤੋਂ ਪਹਿਲਾਂ ਆਪਾਂ 1 ਮੀਟਰ ਡੂੰਘਾਈ ਤੇ 1 ਮੀਟਰ ਘੇਰੇ ਵਾਲਾ ਟੋਆ ਪੱਟ ਕੇ, ਉਸ ਟਾਈਮ ਆਪਾਂ ਜਿਹੜੀ ਉੱਪਰ ਵਾਲੀ ਮਿੱਟੀ ਹੈ ਉਹ ਆਪਾਂ ਇੱਕ ਸਾਈਡ ਰੱਖਦੇ ਹਾਂ, ਜਿਹੜੀ ਉਪਜਾਊ ਹੁੰਦੀ ਹੈ, ਉਹਦੇ ਵਿੱਚ ਉਨੇ ਬਰਾਬਰ ਰੂੜੀ ਮਿਲਾ ਕੇ ਆਪਾਂ ਬੂਟੇ ਨੂੰ, ਆਪਾਂ ਟੋਏ ਨੂੰ ਭਰ ਕੇ 1 ਵਾਰ ਪਾਣੀ ਦਿੰਦੇ ਹਾਂ। ਹਾਂਜੀ, ਉਹ ਪਾਣੀ ਇਸ ਕਰਕੇ ਦਿੰਦੇ ਕਿ 1 ਵਾਰ ਜਿਹੜੀ ਜਿੰਨੀ ਵੀ ਉਹਦੇ ਅੰਦਰ ਮਿੱਟੀ ਹੈ 1 ਵਾਰ ਵਹਿ ਜੇ। ਠੀਕ ਹੈ ਜੀ। ਤਾਂ ਕੋਈ ਵੀ ਹਵਾ ਉਹਦੇ ਵਿੱਚ ਨਾ ਰਵੇ। ਉਹਦੋਂ ਬਾਅਦ ਜਿੰਨੀ ਗਾਚੀ ਲੱਗੀ ਹੈ ਬੂਟੇ ਦੇ ਵਿੱਚ, ਉਹਨਾਂ ਟੋਆ ਪੱਟ ਕੇ ਉਹਨੂੰ ਆਪਾਂ ਚੰਗੀ ਤਰ੍ਹਾਂ ਬੂਟਾ ਲਾ ਕੇ ਉਹਦੇ ਬਾਅਦ ਪਾਣੀ ਦਾ ਪ੍ਰਬੰਧ ਕਰੋ। ਪਾਣੀ ਦੇ ਪ੍ਰਬੰਧ ਤੋਂ ਗੱਲ ਆਈ, ਜਿਸ ਟਾਈਮ ਵੀ ਨਵਾਂ ਬਾਗ ਲਾਉਂਦੇ ਆ, ਪਾਣੀ ਲਾਉਣ ਵੇਲੇ ਉਹਦੇ ਅੰਦਰ 10 ਤੋਂ 15 ml ਕਲੋਰੋਪਾਇਰੀਫੋਸ 20 cc ਜਿਹੜੀ ਦਵਾ ਹੈ ਕੀਟਨਾਸ਼ਕ, ਉਹ ਸ਼ੋਕ ਨੂੰ ਰੋਕਣ ਵਾਸਤੇ ਜ਼ਰੂਰ ਲਾਓ ਜੀ। ਸੋ ਕਿ ਬਾਗ ਦੇ ਲਈ ਆਪਾਂ ਜਿਹੜੀ ਡ੍ਰਿਪ ਵਿਧੀ ਹੁੰਦੀ ਹੈ, ਜਿਹਨੂੰ ਆਪਾਂ ਫੁਹਾਰਾ ਵਿਧੀ ਕਹਿ ਦਿੰਦੇ ਹਾਂ, ਪਾਣੀ ਲਾਉਣ ਵਾਲੀ, ਕਿ ਉਸ ਤਰੀਕੇ ਨਾਲ ਆਪਾਂ ਪਾਣੀ ਲਾ ਸਕਦੇ ਹਾਂ ਬਾਗਾਂ ਨੂੰ? ਹਾਂ, ਬਾਗਾਂ ਦੇ ਵਿੱਚ ਜਿਹੜੀ ਡ੍ਰਿਪ ਸਿਸਟਮ ਜਿਹੜਾ ਹੈ, ਡ੍ਰਿਪ ਵਿਧੀ ਦੁਆਰਾ ਆਪਾਂ ਬਾਗ ਨੂੰ ਕਾਮਯਾਬ ਕਰ ਸਕਦੇ ਨੇ। ਪਰ ਬਾਗ ਦੇ ਵਿੱਚ ਫੁਹਾਰਾ ਪ੍ਰਣਾਲੀ ਜਿਹੜੀ ਹੈ ਉਹ ਆਪਣੇ ਕਾਮਯਾਬ ਨਹੀਂ, ਕਿਉਂਕਿ ਫੁਹਾਰੇ ਨਾਲ ਜਿਹੜੀ ਆਪਣਾ ਖਾद्य ਫਸਲ ਹੈ ਉਹਨਾਂ ਨੂੰ ਤਾਂ ਆਪਾਂ ਪਕਾ ਸਕਦੇ ਨੇ ਫੁਹਾਰੇ ਨਾਲ, ਪਰ ਬਾਗਾਂ ਦੇ ਵਿੱਚ ਜਿਹੜੇ ਬੂਟੇ ਬੜੇ ਹੋ ਜਾਂਦੇ ਉਹਨੂੰ ਫੁਹਾਰੇ ਨਾਲ ਇੱਕ ਸ਼ਰ ਪਾਣੀ ਨਹੀਂ ਮਿਲਦਾ ਜੀ। ਇਸ ਕਰਕੇ ਜਿਹੜੀ ਡ੍ਰਿਪ ਵਿਧੀ ਹੈ ਆਪਣੀ ਬਹੁਤ ਵਧੀਆ ਵਿਧੀ ਹੈ। ਇਸ ਤੋਂ ਆਪਾਂ 40 ਤੋਂ ਲੈ ਕੇ 60% ਤੱਕ ਪਾਣੀ ਦੀ ਬਚਤ ਵੀ ਕਰ ਸਕਦੇ ਹਾਂ ਤੇ ਆਪਣੇ ਵਧੀਆ ਉੱਚ ਕੁਆਲਿਟੀ ਦੇ ਜਿਹੜੇ ਆਪਣੇ ਆ ਉਹ ਫਰੂਟਸ ਲੈ ਸਕਦੇ ਹਾਂ, ਫਲ ਲੈ ਸਕਦੇ। ਸੋ ਡਾਕਟਰ ਸਾਹਿਬ, ਜਿਵੇਂ ਆਪਾਂ ਹੁਣ ਪਾਣੀ ਪ੍ਰਬੰਧ ਦੀ ਗੱਲ ਕਰ ਰਹੇ ਹਾਂ ਵੀ ਬਾਗ ਦੇ ਲਈ ਕਿਹੋ ਜਿਹਾ ਪਾਣੀ ਪ੍ਰਬੰਧ ਹੋਣਾ ਚਾਹੀਦਾ, ਤੇ ਜਿਵੇਂ ਆਪਾਂ ਬਾਗ ਨੂੰ ਹੁਣ ਮੰਨ ਲਓ ਵੀ ਪਾਣੀ ਲਗਾਉਣ ਦਾ ਸਹੀ ਸਮਾਂ ਵੀ ਅੱਜ ਦੇ ਦਿਨ ਲਾਉਣਾ, ਤਾਂ ਉਹਦੇ ਤੇ ਸਵੇਰੇ ਸ਼ਾਮ ਜਾਂ ਕਿਹੜਾ ਸਹੀ ਸਮਾਂ ਜਿੱਥੇ ਜਦੋਂ ਆਪਾਂ ਪਾਣੀ ਦਾ ਲਾ ਸਕਦੇ ਹਾਂ? ਬਾਗ ਨੂੰ, ਨਵੇਂ ਬਾਗਾਂ ਨੂੰ ਤਾਂ ਪਾਣੀ ਲਾਉਣ ਦੀ ਕੋਈ ਦਿੱਕਤ ਨਹੀਂ ਆਉਂਦੀ, ਪਰ ਜਦੋਂ ਕੋਈ ਪੁਰਾਣਾ ਬਾਗ ਹੋ ਉਹਨਾਂ ਨੇ ਫੁੱਲ ਚੱਕੇ ਹੋਏ ਹੋ, ਹਾਂਜੀ, ਉਸ ਟਾਈਮ ਜੇ ਅਗਰ ਆਪਾਂ ਪਾਣੀ ਦਿੰਦੇ ਹਾਂ ਬਾਗ ਨੂੰ ਤਾਂ ਫੁੱਲ ਜਿਹੜੇ ਲੱਗੇ ਆ ਉਹਨੂੰ ਡਿੱਗਣ ਦਾ ਡਰ ਰਹਿੰਦਾ ਹੈ ਜੀ।
ਸੋ ਸਾਡੇ ਨਾਲ ਜੁੜੇ ਹੋਏ ਨੇ ਜੀ ਡਾਕਟਰ ਚੇਤਕ ਬਿਸ਼ਨੋਈ, ਜੋ ਕਿ ਜਾਣਕਾਰੀ ਸਾਂਝੀ ਕਰ ਰਹੇ ਨੇ ਸਦਾਬਹਾਰ ਫਲਦਾਰ ਬੂਟੇ ਲਗਾਉਣ ਦੇ ਸੰਬੰਧੀ। ਤੇ ਸਾਡੇ ਕਿਸਾਨ ਵੀਰਾਂ ਨੂੰ, ਸਾਡੇ ਸਰੋਤਿਆਂ ਨੂੰ ਦੱਸ ਦਈਏ ਕਿ ਉਹ ਅੱਜ ਦੇ ਇਸ ਵਿਸ਼ੇ ਦੇ ਸੰਬੰਧ ਦੇ ਵਿੱਚ ਕੋਈ ਵੀ ਸਵਾਲ ਪੁੱਛ ਸਕਦੇ ਨੇ ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਕੇ 0164 2240 331। ਸੋ ਆਪਾਂ ਗੱਲ ਕਰ ਰਹੇ ਹਾਂ ਡਾਕਟਰ ਸਾਹਿਬ ਸਦਾਬਹਾਰ ਫਲਦਾਰ ਬੂਟੇ ਲਗਾਉਣ ਦੇ ਸੰਬੰਧ ਦੇ ਵਿੱਚ। ਤੇ ਹੁਣ ਜਿਵੇਂ ਆਪਾਂ ਗੱਲ ਕੀਤੀ ਇਸ ਤੋਂ ਪਹਿਲਾਂ ਕਿ ਫਲਦਾਰ ਬੂਟਿਆਂ ਦਾ ਖੇਤੀ ਪ੍ਰਬੰਧ ਕਿਹੋ ਜਿਹਾ ਹੋਣਾ ਚਾਹੀਦਾ ਹੈ, ਫਲਦਾਰ ਬੂਟੇ ਲਗਾਉਣ ਦੇ ਸਮੇਂ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਾਂ ਬੂਟੇ ਲਗਾਉਣ ਦੀ ਕਿਹੜੀ ਵਿਧੀ ਅਸੀਂ ਵਰਤ ਸਕਦੇ ਹਾਂ, ਤੇ ਬੂਟੇ ਦਾ ਜੋ ਪਾਣੀ ਪ੍ਰਬੰਧ ਹੈ, ਬਾਗ ਦਾ ਪਾਣੀ ਪ੍ਰਬੰਧ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤੇ ਹੁਣ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਪਾਣੀ ਪ੍ਰਬੰਧ ਤੋਂ ਬਾਅਦ ਖੁਰਾਕ ਪ੍ਰਬੰਧ ਦੀ, ਤਾਂ ਫਲਦਾਰ ਬੂਟਿਆਂ ਦੇ ਲਈ ਕਿਹੋ ਜਿਹਾ ਖੁਰਾਕ ਪ੍ਰਬੰਧ ਹੋ ਸਕਦਾ ਹੈ? ਫਲਦਾਰ ਬੂਟਿਆਂ ਦੇ ਮੰਨ ਲਓ ਜਦੋਂ ਖੁਰਾਕ ਦਾ ਪ੍ਰਬੰਧ ਕਰਨਾ ਹੈ, ਆਪਾਂ ਉਹ ਚੀਜ਼ ਦੇਖਣੀ ਹੈ, ਹਰ ਇੱਕ ਜਿਹੜੀ ਖੁਰਾਕ ਹੈ ਉਹ ਬੂਟੇ ਦੀ ਉਮਰ ਦੇ ਹਿਸਾਬ ਨਾਲ ਆਪਾਂ ਦੇਣੀ ਹੈ ਜੀ। ਜ਼ਿਆਦਾ ਆਪਾਂ ਤੋਚੋ ਜਿਹੜੀ ਦੇਣੀ ਹੈ ਉਹ ਬਾਗ ਦੇ ਵਿੱਚ ਜਿਹੜੀ ਰੂੜੀ ਹੈ, ਜਿਹੜੀ ਦੇਸੀ ਖਾਦ ਹਮੇਸ਼ਾ ਆਪਣੀ 2 ਸਾਲ ਪੁਰਾਣੀ ਦੇਸੀ ਖਾਦ ਗਲੀ ਸੜੀ ਜਿਹੜੀ ਹੁੰਦੀ ਹੈ, ਸਿਰਫ ਉਹ ਖਾਦ ਦੀ ਵਰਤੋਂ ਕਰਨੀ ਹੈ। ਤੇ ਜਿਹੜੇ ਫਲ ਜਿਹੜੇ ਵਧੀਆ ਜੇ ਆਪਾਂ ਚੰਗੇ ਫਲ ਲੈਣੇ ਹਾਂਜੀ, ਤਾਂ ਆਪਾਂ ਵੱਧ ਤੋਂ ਵੱਧ ਜਿਹੜੀ ਉਹਦੇ ਅੰਦਰ ਜਿਹੜੀ ਦੇਸੀ ਖਾਦ ਦੀ ਵਰਤੋਂ ਕਰੀਏ। ਹੁਣ ਦੇਸੀ ਖਾਦ ਪਾਉਣ ਦਾ ਤਰੀਕਾ ਤੇ ਸਮੇਂ ਨਿਰਭਰ ਕਰ, ਹਰ ਇੱਕ ਫਲਦਾਰ ਬੂਟਿਆਂ ਦੇ ਵਿੱਚ ਅੱਡੋ ਅੱਡ ਸਮੇਂ ਨੇ ਜੀ। ਜੇ ਆਪਾਂ ਸਹੀ ਸਮੇਂ ਦੇ ਵਿੱਚ ਜੇ ਉਹਨੂੰ ਖੁਰਾਕ ਨਹੀਂ ਦਿੱਤੀ ਤਾਂ ਆਪਾਂ ਨੂੰ ਵਧੀਆ ਚੰਗੇ ਫਲ ਨਹੀਂ ਮਿਲਣੇ। ਜਿਵੇਂ ਗੱਲ ਕਰੀਏ ਆਪਣੇ ਕਿੰਨੂ, ਮਾਲਟਾ, ਮੌਸਮੀ, ਨਿੰਬੂ ਜੀ, ਨਾਸਪਤੀ, ਅਲੂਚਾ, ਇਹਨਾਂ ਨੂੰ ਆਪਾਂ ਦੇਸੀ ਖਾਦ ਜਿਹੜੀ ਪਾਉਣੀ ਹੈ ਦਸੰਬਰ ਤੇ ਜਨਵਰੀ ਦੇ ਵਿੱਚ ਪਾ ਦੇਣੀ ਹੈ, ਜਦੋਂ ਮੌਸਮ ਠੰਡਾ ਹੋਵੇ ਜੀ। ਸੋ ਡਾਕਟਰ ਸਾਹਿਬ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲਦੇ ਹੋ? ਸਤਿ ਸ੍ਰੀ ਅਕਾਲ ਜੀ, ਆਪਾਂ ਨਾ ਝੰਡੂਕੇ ਪਿੰਡ ਤੋਂ ਬੋਲਦੇ ਹਾਂ ਜੀ, ਜ਼ਿਲ੍ਹਾ ਬਠਿੰਡਾ ਤੋਂ ਹੀ। ਠੀਕ ਹੈ ਜੀ, ਡਾਕਟਰ ਸਾਹਿਬ ਤੁਹਾਡੀ ਆਵਾਜ਼ ਸੁਣ ਰਹੇ ਨੇ ਜੀ, ਤੁਸੀਂ ਕੋਈ ਸਵਾਲ ਪੁੱਛੋ ਆਪਣਾ। ਅੱਛਾ ਜੀ, ਐਂ ਪੁੱਛਣਾ ਸੀ ਜੀ, ਮੈਨੂੰ ਇਹਨਾਂ ਪਤਾ ਨਹੀਂ ਜੀ, ਅਸੀਂ 4 ਬੂਝੇ ਲਾਏ ਆ ਜੀ, ਤੇ ਇੱਕ ਐਂ ਪੁੱਛਣਾ ਸੀ ਜੀ ਵੀ ਹੋਰ ਕਿਸ ਚੀਜ਼ ਦੇ ਦੀ ਰੁੱਤ ਆ ਜੀ, ਹੁਣ ਕਿਹੜੇ ਲਾ ਸਕਦੇ ਆ ਜੀ ਆਪਾਂ? ਕਿਹੜੇ 4 ਬੂਝੇ, ਕਿਸ ਚੀਜ਼ ਦੇ ਬੂਝੇ ਲਾਏ? 4 ਕਿਹੜੇ ਫਲ ਦੇ? ਅੱਛਾ ਜੀ, ਇੱਕ ਤਾਂ ਆਹ ਕਿੰਨੂ, ਨਿੰਬੂ, ਨਾਸਪਾਤੀ ਤੇ ਇੱਕ ਚੀਕੂਆਂ ਦਾ ਜੀ। ਠੀਕ ਹੈ, ਵਧੀਆ। ਤੁਸੀਂ ਵਧੀਆ ਕਿਸਮ ਚੋਣ ਕੀਤੀ ਹੈ ਕਿਸੇ ਨਰਸਰੀ ਤੋਂ ਲਿਆ, ਪ੍ਰਾਈਵੇਟ ਨਰਸਰੀ ਤੋਂ? ਪ੍ਰਾਈਵੇਟ ਨਰਸਰੀ ਤੋਂ ਲੈਤੇ ਜੀ। ਠੀਕ ਹੈ, ਹੁਣ ਤੁਸੀਂ ਹੋਰ ਬੂਟੇ ਲਾਣੇ ਚਾਹੁੰਦੇ? ਹਾਂ ਜੀ, ਹੋਰ ਲਾਉਣੇ ਜੀ। ਇਸ ਸਮੇਂ ਤੁਸੀਂ ਅਮਰੂਦ ਦੇ ਬੂਟੇ ਲਾਓ, ਵਧੀਆ ਕਿਸਮ ਦੇ। ਅਮਰੂਦ ਤਾਂ ਜੀ ਸਾਡੇ 4 ਬੂਝੇ ਹੈਗੇ ਆ ਜੀ, ਵੱਡੇ ਪੂਰੇ ਲੱਗਦੇ ਆ, ਪਹਿਲਾਂ ਜੀ ਲਾਏ ਹੋਏ ਆ। ਠੀਕ ਹੈ, ਇੱਕ ਤੋਂ ਮੇਰੇ ਕਿਸਾਨ ਵੀਰ ਤੁਸੀਂ ਧਿਆਨ ਰੱਖੋ, ਅੱਗੇ ਤੋਂ ਪ੍ਰਾਈਵੇਟ ਨਰਸਰੀ ਤੋਂ ਬੂਟੇ ਨਹੀਂ ਲੈਣੇ ਆਪਾਂ। ਅੱਛਾ ਜੀ। ਕਿਉਂਕਿ ਜਿਹੜੇ ਆਪਾਂ ਪ੍ਰਾਈਵੇਟ ਨਰਸਰੀ ਤੋਂ ਬੂਟੇ ਲੈਂਦੇ ਆ ਉਹ ਆਪਣੇ ਇੱਧਰ ਤਿਆਰ ਨਹੀਂ ਹੁੰਦੇ, ਉਹ ਪ੍ਰਾਈਵੇਟ ਨਰਸਰੀ ਵਾਲੇ ਟਰੱਕ ਤੇ ਟਰੱਕ ਜਿਹੜੀ ਹੋਰ ਕਿਸਮਾਂ ਦੇ ਬੂਟੇ ਆਪਣੇ ਦੂਜੇ ਰਾਜਿਓ ਤੋਂ ਆਉਂਦੇ ਆ। ਅੱਛਾ ਜੀ। ਤਾਂ ਇਸ ਕਰਕੇ ਜਿਹੜੇ ਉਹ ਕਿਸਮ ਉਹਨਾਂ ਦੇ ਵਾਤਾਵਰਣ ਦੇ ਹਿਸਾਬ ਨਾਲ, ਆਪਣੇ ਵਾਲੇ ਹਿਸਾਬ ਨਾਲ ਨਹੀਂ। ਤਾਂ ਅੱਗੇ ਤੋਂ ਤੁਸੀਂ ਕੋਸ਼ਿਸ਼ ਕਰੋ ਆਪਣੇ ਖੇਤੀਬਾੜੀ ਯੂਨੀਵਰਸਿਟੀ ਤੋਂ ਹੀ ਬੂਟੇ ਲਿਓ। ਅੱਛਾ, ਕਿੱਥੋਂ ਲਈਏ ਜੀ? ਖੇਤੀਬਾੜੀ ਯੂਨੀਵਰਸਿਟੀ ਤੋਂ ਜੀ, ਬਠਿੰਡੇ? ਆਪਣੀ ਖੇਤਰੀ ਖੋਜ ਕੇਂਦਰ ਬਠਿੰਡੇ ਤੋਂ ਨਰਸਰੀ ਹੈ ਆਪਣੀ। ਅੱਛਾ ਜੀ। ਹਾਂ, ਉਹ ਅੱਛਾ, ਆਹੀ ਪੁੱਛਣਾ ਸੀ ਜੀ ਵੀ ਅਸੀਂ 10-15 ਬੂਝੇ ਲੈ ਕੇ ਜਾਣੇ ਜੀ, ਇੱਥੋਂ ਬਠਿੰਡੇੋਂ ਮਿਲ ਲੈ ਜਾਾਂਗੇ? ਹਾਂਜੀ, ਤੁਸੀਂ ਜਦੋਂ ਮਰਜ਼ੀ ਆਓ। ਹਾਂਜੀ, ਤੁਹਾਨੂੰ ਸਦਾਬਹਾਰ ਬੂਟੇ ਸਾਰੇ ਮਿਲ ਜਾਣੇ ਆਪਣੇ ਖੇਤਰੀ ਖੋਜ ਕੇਂਦਰ ਬਠਿੰਡਾ ਤੋਂ। ਠੀਕ ਹੈ ਜੀ, ਧੰਨਵਾਦ, ਮੈਂ ਇੱਥੇ ਹੀ ਆ ਜਾਾਂਗੇ ਜੀ ਅਸੀਂ। ਠੀਕ ਹੈ ਜੀ। ਅੱਛਾ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀ ਬਾਗ ਦੇ ਖਾਦ ਪ੍ਰਬੰਧ ਦੀ, ਤਾਂ ਜਿਹੜੇ ਬੂਟੇ ਉਹਨਾਂ ਦਾ ਖਾਦ ਪ੍ਰਬੰਧ ਕਿਹੋ ਜਿਹਾ ਹੋਣਾ ਚਾਹੀਦਾ ਹੈ। ਤੇ ਤੁਸੀਂ ਦੱਸਿਆ ਵੀ ਉਹਦੇ ਵਿੱਚ ਆਪਾਂ ਰੂੜੀ ਦੀ ਖਾਦ ਦੀ ਵਰਤੋਂ ਵਧੀਆ ਕਰ ਸਕਦੇ ਹਾਂ ਤੇ ਚੰਗਾ ਫਾਇਦਾ ਹੁੰਦਾ ਉਹਦੇ ਨਾਲ ਬੂਟਿਆਂ ਨੂੰ। ਤੇ ਹੁਣ ਅਗਰ ਆਪਾਂ ਬੂਟਿਆਂ ਦੀ ਉਮਰ ਦੇ ਹਿਸਾਬ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕਿੰਨੀ ਕੁ ਖੁਰਾਕ ਕਿਸ ਉਮਰ ਤੇ ਲੋੜੀਂਦੀ ਹੁੰਦੀ ਹੈ? ਜਿਵੇਂ ਆਪਣਾ 1 ਤੋਂ 3 ਸਾਲ ਦੇ ਜਿਹੜੇ ਬੂਟੇ ਹੈ ਉਹਨਾਂ ਨੂੰ 10 ਤੋਂ ਲੈ ਕੇ 25-30 ਕਿਲੋ ਤੱਕ ਆਪਾਂ ਉਹਨਾਂ ਨੂੰ ਰੂੜੀ ਪਾ ਸਕਦੇ ਹਾਂ। ਨਿੰਬੂ ਜਾਤੀ ਦੇ ਖਾਸ ਕਰ ਗੱਲ ਕਰੀਏ ਕਿੰਨੂ ਦੇ ਅੰਦਰ। ਹਾਂਜੀ, ਕਿੰਨੂ ਦਾ ਜਿਹੜੇ ਖਾਦ ਦੇਣ ਦਾ ਖਾਦ ਪ੍ਰਬੰਧ ਵੱਖਰਾ ਨੇ, ਬਾਕੀ ਜਿਵੇਂ ਮਾਲਟਾ, ਗ੍ਰੇਪ ਫਰੂਟ, ਨਿੰਬੂ, ਉਹਨਾਂ ਦਾ ਖਾਦ ਦੇਣ ਦਾ ਜਿਹੜਾ ਹੈ ਖਾਦ ਪ੍ਰਬੰਧ ਉਹ ਅਲੱਗ ਹੈ, ਉਹ ਅਲੱਗ ਨੇ, ਉਹਦੀ ਮਾਤਰਾ ਅਲੱਗ ਨੇ ਜੀ। ਜੇ ਕਿੰਨੂ ਇਹਦੇ ਅੰਦਰ ਫਰੂਟ ਜ਼ਿਆਦਾ ਲੱਗਦੇ ਨੇ ਤਾਂ ਇਹਨੂੰ ਖੁਰਾਕ ਜ਼ਿਆਦਾ ਚਾਹੀਏ, ਵੱਧ ਦੀ ਲੋੜ ਹੈ ਜੀ। ਤਾਂ ਇਸ ਕਰਕੇ ਜਿਵੇਂ ਕਿੰਨੂ ਦੇ ਅੰਦਰ ਆਪਾਂ 10 ਤੋਂ ਲੈ ਕੇ 30 ਕਿਲੋ ਤੱਕ ਆਪਾਂ ਰੂੜੀ ਦੇ ਸਕਦੇ ਹਾਂ 1 ਤੋਂ ਲੈ ਕੇ 3 ਸਾਲ ਦੇ ਬੂਟੇ ਨੂੰ। ਜਿਵੇਂ ਜਿਵੇਂ ਬੂਟੇ ਵੱਧਦੇ ਆ 8 ਸਾਲ ਦੇ ਬੂਟੇ ਤੋਂ ਉੱਪਰ ਵਾਲੇ ਉਹਨਾਂ ਨੂੰ ਆਪਾਂ 1 ਕੁਇੰਟਲ ਰੂੜੀ ਖਾਦ ਤੱਕ ਆਪਾਂ ਪਾ ਸਕਦੇ ਨੇ। ਜੇ ਗੱਲ ਕਰੀਏ ਆਪਾਂ ਰਸਾਇਣਿਕ ਤੱਤ ਦੀ, ਜਿਵੇਂ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ ਦੀ, ਉਹ ਜਿਵੇਂ ਯੂਰੀਆ ਕਿੰਨੀ ਦੇਣੀ ਹੈ? ਯੂਰੀਆ ਹਮੇਸ਼ਾ ਆਪਣਾ ਜਿਹੜੀ ਹੈ ਆਪਣਾ 2 ਭਾਗਾਂ 'ਚ ਦੇਣੀ ਹੈ।
ਫਲਦਾਰ ਬੂਟਿਆਂ 'ਚ। ਇੱਕ ਜਦੋਂ ਫੁੱਲ ਪੈਣ ਸਮੇਂ, ਹਾਂਜੀ, ਇੱਕ ਜਦੋਂ ਮੰਨ ਲਓ ਉਹਨੂੰ ਫਰੂਟ ਬਣ ਜੇ ਆਪਣੇ ਨਿੰਬੂ ਸਾਈਜ਼ ਜਿੰਨਾ। ਹਾਂਜੀ, ਜਿਵੇਂ ਕਿੰਨੂ ਦੀ ਗੱਲ ਕਰੀਏ ਤਾਂ ਆਪਾਂ ਫਰਵਰੀ ਦੇ ਵਿੱਚ ਜਦੋਂ ਫੁੱਲ ਲੱਗਦੇ ਨੇ, ਫਰਵਰੀ ਮਾਰਚ ਦੇ ਅੰਦਰ ਫੁਟਾਰ ਲੈਂਦੇ, ਉਸ ਟਾਈਮ ਆਪਾਂ ਯੂਰੀਆ ਦੀ ਵਰਤੋਂ ਕਰੀਏ। ਇੱਕ ਫਿਰ ਆਪਾਂ ਮਈ ਦੇ ਅੰਦਰ ਜਾ ਕੇ ਦੂਜੀ ਡੋਜ਼ ਆਪਾਂ ਯੂਰੀਆ ਦੀ ਆਪਾਂ ਕਿੰਨੂ ਦੇ ਸਕਦੇ ਹਾਂ ਜੀ। ਸੋ ਡਾਕਟਰ ਸਾਹਿਬ, ਆਪਾਂ ਨਵੇਂ ਬਾਗਾਂ ਦੇ ਵਿੱਚ ਦੇਖੀਏ, ਜਿਹੜੇ ਨਵੇਂ ਲਾਏ ਹੋਏ ਬਾਗ ਨੇ, ਤਾਂ ਨਵੇਂ ਬਾਗਾਂ ਦੇ ਲਈ ਮੌਸਮ ਦੇ ਅਨੁਸਾਰ ਸਾਂਭ ਸੰਭਾਲ ਲਈ ਕੋਈ ਜ਼ਰੂਰੀ ਨੁਕਤੇ ਜਿਹੜੇ ਤੁਸੀਂ ਸਾਡੇ ਕਿਸਾਨ ਵੀਰਾਂ ਨਾਲ ਸਾਂਝੇ ਕਰਨੇ ਚਾਹੋ? ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੂੰਗਾ ਜੀ ਕਿ ਜਦੋਂ ਵੀ ਨਵਾਂ ਬਾਗ ਲਾਓ, ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦੀ ਬਾੜ ਲਾਓ ਚਾਰੋਂ ਸਾਈਡ। ਜ਼ਿਆਦਾਤਰ ਤਾਂ ਆਪਣੇ ਜਿਹੜੇ ਉੱਤਰ ਪੱਛਮੀ ਖੇਤਰ ਵਾਲੇ ਪਾਸੇ ਕਿ ਆਪਾਂ ਅੰਦਰ ਜਿਹੜੇ ਫਲਦਾਰ ਬੂਟੇ ਲਾਉਣੇ ਆ ਉਹਨਾਂ ਨੂੰ ਲੂ ਤੋਂ ਬਚਾਉਣ ਦੇ ਲਈ ਜਾਂ ਫਿਰ ਉਹਨਾਂ ਨੂੰ ਠੰਡ ਤੋਂ ਬਚਾਉਣ ਦੇ ਲਈ, ਜੀ ਦੋਨੋਂ ਟਾਈਮ ਹੀ ਉਹਨਾਂ ਨੂੰ, ਦੋਨੋਂ ਸਮੇਂ 'ਚ ਆਪਾਂ ਉਹਨਾਂ ਦਾ ਰਖਾਵ ਕਰਨਾ ਨੇ ਜੀ। ਤੋ ਜਿਹੜੀ ਸੋ ਡਾਕਟਰ ਸਾਹਿਬ, ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲਦੇ ਹੋ? ਅਸੀਂ ਮੈਂ ਸਾਜੇ ਤੋਂ ਬੋਲਦੀ ਸੀ ਜੀ। ਡਾਕਟਰ ਸਾਹਿਬ ਤੁਹਾਡੀ ਆਵਾਜ਼ ਸੁਣ ਰਹੇ ਨੇ ਜੀ, ਤੁਸੀਂ ਆਪਣਾ ਸਵਾਲ ਪੁੱਛੋ। ਹਾਂਜੀ, ਅਸੀਂ ਨਾ ਘਰੇ ਆਪਣੇ ਸੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਾ ਘਰੇ ਆਪਣੇ ਸੀਗਾ ਆਲੂ ਬੁਖਾਰੇ ਦੇ ਬੂਟੇ ਜੀ, 3-4 ਸਾਲ ਦਾ ਹੋ ਗਿਆ, ਬਹੁਤ ਫੁੱਲ ਲੱਗਦੇ, ਬਹੁਤ ਹੀ ਜ਼ਿਆਦਾ। ਹਾਂਜੀ, ਉਹ ਫਲ ਨਹੀਂ ਦੇ ਰਿਹਾ ਜੀ। ਦੇਖੋ, ਇੱਕ ਤਾਂ ਜਿਹੜੇ ਆਪਣਾ ਆਲੂ ਬੁਖਾਰੇ ਦਾ ਬੂਟਾ ਤੁਸੀਂ 4 ਸਾਲ ਦਾ ਦੱਸ ਰਹੇ ਹੋ ਨਾ, ਉਹਨੂੰ ਦਸੰਬਰ ਦੇ ਵਿੱਚ ਉਹਦੀ ਕਟਾਈ ਕੀਤੀ ਤੁਸੀਂ? ਸਹੀ ਨਹੀਂ, ਕਟਾਈ ਤਾਂ ਨਹੀਂ ਕਰੀ ਜੀ। ਇਹ ਜਿਹੜੇ ਆਪਣੇ ਜਿੰਨੇ ਵੀ ਆਪਣੇ ਜਿਹੜੇ ਆਲੂ ਬੁਖਾਰਾ, ਨਾਸਪਤੀ, ਰੁੱਚਾ, ਖਾਸ ਕਰ ਆੜੂ ਦੇ ਅੰਦਰ ਜਿਹੜੀ ਉਹਦੀ ਹਰ ਸਾਲ ਜਿਹੜੀ ਕਟਾਈ ਕਰਨੀ ਜ਼ਰੂਰੀ ਹੁੰਦੀ ਨੇ। ਠੀਕ ਹੈ ਜੀ। ਕਿ ਉਹਨੂੰ ਇੱਕ ਜਦੋਂ ਤੱਕ ਉਹਨੂੰ ਸਹੀ ਉਹਦੇ ਅੰਦਰ ਹਵਾ, ਪਾਣੀ ਤੇ ਆਪਣੀ ਜਿਹੜੀ ਲਾਈਟ ਨਹੀਂ ਮਿਲਦੀ, ਹਾਂਜੀ, ਉਸ ਤੋਂ ਬਾਅਦ ਜਦੋਂ ਵੀ ਫੁੱਲ ਆਣੇ ਸਟਾਰਟ ਹੋ ਜੇ, ਫੁੱਲ ਲੱਗੇ, ਉਸ ਟਾਈਮ ਉਹਨੂੰ ਪਾਣੀ ਨਹੀਂ ਦੇਣਾ ਤੁਸੀਂ। ਇੱਕ ਤੋਂ ਪਾਣੀ ਰੋਕ ਦਿਓ ਉਹਦਾ। ਠੀਕ ਹੈ ਜੀ। ਜੇਕਰ ਆਪਾਂ ਭਰਵਾਂ ਪਾਣੀ ਲਾਉਂਦੇ ਉਸ ਟਾਈਮ ਜਿਹੜੇ ਆਪਣੇ ਫੁੱਲ ਹੈ ਉਹ ਡਿੱਗ ਜਾਂਦੇ ਨੇ। ਠੀਕ ਹੈ ਜੀ। ਇੱਕ ਨਾ ਆਪਣੇ ਆੜੂਆਂ ਦੇ ਬੂਟੇ, ਆੜੂ ਤਾਂ ਬਹੁਤ ਹੀ ਜ਼ਿਆਦਾ ਮਤਲਬ ਲੱਗਦੇ, ਬਹੁਤ ਫੁੱਲ ਲੱਗੇ ਉਹਨੂੰ। ਹੁਣ ਵੀ 2 ਸਾਲ ਹੋ ਗਏ ਫਾੜ ਦਿੰਦੇ ਨੂੰ। ਉਹ ਇਕੱਠੇ ਹੀ ਇਸੇ ਵੇਲੇ ਬੂਟੇ ਸੀਗੇ ਤੇ ਇਸ ਨੂੰ ਫੁੱਲ ਬਹੁਤ ਲੱਗਦੇ, ਫਾੜ ਨਹੀਂ ਲੱਗਦੇ ਆਲੂ ਬੁਖਾਰੇ ਨੇ ਜੀ। ਹਾਂ, ਉਹੀ ਤਾਂ ਤੁਸੀਂ ਇੱਕ ਵਾਰ ਉਸ ਟਾਈਮ ਤੁਸੀਂ ਇੱਕ ਵਾਰ ਪਾਣੀ ਰੋਕ ਦਿਓ ਜਦੋਂ ਫੁੱਲ ਲੱਗਦੇ ਹੋਏ। ਹੁਣ ਪੂਰੇ ਫੁੱਲ ਹੈ ਜੀ। ਹਾਂ, ਕੋਈ ਦਿੱਕਤ ਨਹੀਂ। ਹੁਣ ਇੱਕ ਵਾਰ ਪਾਣੀ ਦੀ ਵਰਤੋਂ ਥੋੜੀ ਠੀਕ ਸਿਲ ਜੀ ਰੱਖੋ, ਉਹਦੇ ਅੰਦਰ ਪਾਣੀ ਭਰ ਕੇ ਲਾਓਗੇ ਤਾਂ ਫੁੱਲ ਡਿੱਗ ਜਾਣੇ। ਇੱਕ ਵਾਰ ਉਹਨਾਂ ਨੂੰ ਫੁੱਲ ਵਿੱਚ ਕੋਈ ਖਾਦ ਖਰਾਕ ਵਗੈਰਾ ਜੀ? ਖਾਦ ਆਪਣੇ ਇਸ ਟਾਈਮ ਤੁਸੀਂ ਥੋੜੀ ਯੂਰੀਆ ਪਾ ਸਕਦੇ ਹੋ ਉਹਦੇ ਅੰਦਰ। ਕੱਲੀ ਯੂਰੀਆ ਜੀ? ਹਾਂਜੀ, ਕੱਲੀ ਯੂਰੀਆ। ਨਹੀਂ, 100 ਗ੍ਰਾਮ ਯੂਰੀਆ ਕੱਲੀ। ਅੱਛਾ, 100 ਗ੍ਰਾਮ ਯੂਰੀਆ ਜੀ। ਹਾਂਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਮੌਸਮ ਦੇ ਅਨੁਸਾਰ ਸਾਂਭ ਸੰਭਾਲ ਦੀ। ਹਾਂ, ਤਾਂ ਜੇ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ, ਸਭ ਤੋਂ ਪਹਿਲਾਂ ਜਿਹੜੀ ਬਾੜ ਲਾਣੀ ਹੈ, ਚਾਹੇ ਤਾਂ ਆਪਾਂ ਅਰਜੁਨ ਟਰੀ ਦੀ ਲਾ ਲਈਏ, ਅਰਜੁਨ ਦਾ ਦਰਖਤ ਲਾ ਲਈਏ ਉਹਦੇ, ਚਾਹੇ ਸਫੇਦੇ ਲਾ ਲਈਏ ਚਾਰੋਂ ਸਾਈਡ ਜੀ, ਜਾਂ ਫਿਰ ਜਾਮੁਨ ਦੇ ਬੂਟੇ ਲਾ ਲਈਏ ਜੀ। तो इस तरह बाड़ लानी जरूरी है, क्योंकि मौसम तो बचाने दे लई बूटे नूं ਜਦੋਂ ਵੀ ਆਪਣੇ ਠੰਡ ਜਾਂ ਕੋਰਾ ਜਾਂ ਲੂ ਚੱਲਦੀ ਹੈ, ਉਸ ਤੋਂ ਸਭ ਤੋਂ ਪਹਿਲਾਂ ਆਪਾਂ ਬੂਟੇ ਨੂੰ ਬਚਾਉਣਾ ਹੈ। ਦੂਜੀ ਗੱਲ, ਨਵੇਂ ਬਾਗ ਲਾਏ ਹੈ, ਨਵੇਂ ਬੂਟਿਆਂ ਨੂੰ ਆਪਾਂ ਬਚਾਉਣ ਦੇ ਲਈ ਉਹਨੂੰ ਆਪਾਂ ਪਰਾਲੀ ਨਾਲ ਜਾਂ ਸਰਕਣੇ ਨਾਲ ਆਪਾਂ ਢੱਕ ਸਕਦੇ ਹਾਂ ਗਰਮੀਆਂ ਦੇ ਵਿੱਚ। ਤੇ ਨਾਲ ਜਿਹੜੇ ਉਹਨਾਂ ਦੇ ਮੁੱਢ ਹੈ ਉਹਨਾਂ ਨੂੰ ਆਪਾਂ ਕਲੀ ਕਰ ਸਕਦੇ ਨੇ ਜੀ, ਤੇ ਪਾਣੀ ਉਹਨਾਂ ਨੂੰ ਇਸ ਹਿਸਾਬ ਨਾਲ ਰੱਖੋ ਕਿ ਉਹਨਾਂ ਨੂੰ ਸਿੱਲ ਬਣੀ ਰਹੇ ਜੀ। ਬਿਲਕੁਲ। ਸੋ ਡਾਕਟਰ ਸਾਹਿਬ, ਨਵੇਂ ਲਾਏ ਹੋਏ ਜਿਹੜੇ ਬਾਗ ਨੇ ਤੇ ਜਿਹੜੇ ਪੁਰਾਣੇ ਬਾਗ ਹੈ, ਉਹਨਾਂ ਦੇ ਵਿੱਚ ਆਪਾਂ ਕੀਟ ਤੇ ਹੋਰ ਜਿਹੜੀਆਂ ਬਿਮਾਰੀਆਂ ਉਹਨਾਂ ਤੋਂ ਅਸੀਂ ਕਿਵੇਂ ਰੱਖਿਆ ਕਰ ਸਕਦੇ ਹਾਂ? ਦੇਖੋ, ਜਿਵੇਂ ਜਿਵੇਂ ਹੁਣ ਮੌਸਮ ਬਦਲ ਰਿਹਾ ਹੈ, ਤਾਪਮਾਨ ਵਧ ਰਿਹਾ ਹੈ ਜੀ, तो रस चूसण वाले कीड़े ਜਿਹੜੇ ਉਹਨਾਂ ਦੀ ਵੀ ਗਿਣਤੀ ਵਧ ਰਹੀ ਹੈ ਜੀ। ਹੁਣ ਇਸ ਸਮੇਂ ਕਿੰਨੂ ਦੀ ਗੱਲ ਕਰੀਏ, ਉਹਦੇ ਅੰਦਰ 2-3 ਤਰ੍ਹਾਂ ਦੇ ਰਸ ਚੂਸਣ ਵਾਲੇ ਤੇਲਾ, ਚੇਪਾ ਤੇ ਆਪਣੇ ਸਿਟਰਸੀਲਾ ਦਾ ਹੁਣ ਪ੍ਰਕੋਪ ਹੋਣਾ ਹੈ ਜੀ। तो ਇਸ ਕਰਕੇ ਕਿਸਾਨ ਵੀਰਾਂ ਨੂੰ ਹਿਦਾਇਤ ਹੈ ਕਿ ਉਹ ਇਸ ਟਾਈਮ 1 ਜਾਂ 2 ਸਪਰੇ ਜ਼ਰੂਰ ਕਰੇ ਜੀ, ਜਿਵੇਂ ਇੱਕ ਟਾਰਾ ਦੀ, ਕੌਨਫੀਡੋਰ ਦੀ, ਹਾਂਜੀ, ਉਹ ਸਪਰੇ ਦੀ ਵਰਤੋਂ ਕਰਕੇ ਆਪਾਂ ਇਹ ਇਸ ਤਰ੍ਹਾਂ ਦੇ ਕੀੜੇ, ਰਸ ਚੂਸਣ ਕੀੜੇ ਨੇ, ਉਹ ਆਪਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦੇ ਜੀ, ਪਰ ਉਹਨਾਂ ਦੇ ਲੱਛਣ ਦਿਖਾਈ ਦਿੰਦੇ ਨੇ। ਉਹ ਨਵੇਂ ਪੱਤਿਆਂ ਤੇ ਅਟੈਕ ਕਰਦੇ ਨੇ। ਤੋ ਇਹ ਚੀਜ਼ ਆਪਣੇ ਸਰਵੇਖਣ ਕਰਦੇ ਰਹੋ ਆਪਣੇ ਬਾਗਾਂ ਦੇ ਵਿੱਚ, ਪੁਰਾਣੇ ਬਾਗ ਦੇ ਵਿੱਚ ਖਾਸ ਕਰ ਜੀ। ਤਾਂ ਮਤਲਬ ਇਸ ਤਰੀਕੇ ਦੇ ਨਾਲ ਕਿ ਆਪਾਂ ਦਵਾਈਆਂ ਦੀ ਵਰਤੋਂ ਦੇ ਨਾਲ ਆਪਾਂ ਬੂਟੇ ਨੂੰ ਬਚਾ ਸਕਦੇ ਹਾਂ। ਜੇਕਰ ਆਪਣੇ ਘਰੇ ਲੱਗੇ ਬੂਟੇ 2-4 ਆਪਣੇ ਜਿਹੜੇ ਖਾਣ ਵਾਲੇ, ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਕਿ 10 ਲੀਟਰ ਪਾਣੀ ਦੇ ਵਿੱਚ 4 ਕਿਲੋ ਨਿੰਮ ਦੇ ਪੱਤੇ ਜੀ, ਜਾਂ ਉਹ ਨਿੰਬੋਲਿਆਂ ਦੇ, ਉਹਨਾਂ ਦੀ ਘੋਲ ਬਣਾ ਕੇ ਉਹਨਾਂ ਨੂੰ ਉਬਾਲ ਕੇ ਉਹਦਾ ਜਿਹੜਾ ਆਪਣਾ 10 ml ਜਾਂ
12 ml ਲੈ ਕੇ 1 ਲੀਟਰ ਦੇ ਵਿੱਚ ਆਪਾਂ ਉਸ ਬੂਟੇ ਤੇ ਸਪਰੇਅ ਕਰ ਸਕਦੇ ਹਾਂ, ਜੇ ਆਪਾਂ ਰਸਾਇਣਿਕ ਵਾਲੇ ਪਾਸੇ ਨਹੀਂ ਜਾਣਾ ਹੈ ਤਾਂ ਉਹਨੂੰ ਆਰਗੈਨਿਕ ਜੇ ਰੱਖਣਾ ਹੋਵੇ। ਜੀ ਸੋ ਡਾਕਟਰ ਸਾਹਿਬ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਵਧ ਰਹੇ ਹਾਂ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗੀ ਕਿ ਬਾਗ ਲਗਾਉਣ ਦੇ ਲਈ ਸਰਕਾਰੀ ਤੌਰ ਤੇ ਕਿਸੇ ਕਿਸਮ ਦੀ ਕੋਈ ਵਿੱਤੀ ਸਹਾਇਤਾ ਦਾ ਵੀ ਪ੍ਰਬੰਧ ਹੈ? ਹਾਂ, ਜਦੋਂ ਵੀ ਆਪਾਂ ਬਾਗ ਲਾਉਂਦੇ ਹਾਂ ਤੁਸੀਂ ਇੱਕ ਰਾਸ਼ਟਰੀ ਬਾਗਵਾਨੀ ਮਿਸ਼ਨ ਦੇ ਤਹਿਤ ਬਾਗਵਾਨਾਂ ਨੂੰ ਸਬਸਿਡੀ ਦੀ ਜਾ ਰਹੀ ਨੇ ਜੀ, ਬੂਟਿਆਂ ਤੋਂ ਲੈ ਕੇ ਡ੍ਰਿਪ ਸਿਸਟਮ ਤੋਂ ਲੈ ਕੇ ਜੇ ਆਪਾਂ ਡਿੱਗੀ ਤੱਕ ਵੀ ਉਹਨਾਂ ਲਈ ਸਬਸਿਡੀ ਨੇ। ਜੇਕਰ ਤੁਸੀਂ 2 ਜਾਂ 3 ਕਿਸਾਨ ਵੀਰ ਇਕੱਠੇ ਮਿਲ ਕੇ ਜੇ ਬਾਗ ਲਾਉਂਦੇ ਨੇ ਤਾਂ ਲਗਭਗ 80% ਦੇ ਨੇੜੇ ਵੀ ਤੁਹਾਨੂੰ ਸਬਸਿਡੀ ਮਿਲਦੀ ਹੈ ਜੀ। ਤੇ ਇਹ ਸਬਸਿਡੀ ਲੈਣ ਦੇ ਲਈ ਕੀ ਉਹਨਾਂ ਨੂੰ ਕੋਈ ਆਨਲਾਈਨ ਜਾਂ ਕਿਸ ਤਰੀਕੇ ਦੇ ਨਾਲ ਕੋਈ ਅਪਲਾਈ ਕਰਨਾ ਪੈਂਦਾ? ਆਪਣੇ ਜਿਹੜੇ ਹਾਰਟੀਕਲਚਰ ਡਿਵੈਲਪਮੈਂਟ ਆਫਿਸਰ ਨੇ, ਬਾਗਵਾਨੀ ਵਿਭਾਗ ਆਪਣਾ ਜਿਹੜਾ ਬਠਿੰਡੇ ਦਾ, ਤੁਸੀਂ ਉਹਨਾਂ ਦਾ ਅਫਸਰ ਨਾਲ ਰਾਬਤਾ ਕਰਕੇ ਆਪਣੀ ਫਾਈਲ ਲਗਾ ਸਕਦੇ ਨੇ ਜੀ। ਸੋ ਡਾਕਟਰ ਸਾਹਿਬ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਸਦਾ ਬਹਾਰ ਫਲਦਾਰ ਬੂਟੇ ਲਗਾਉਣ ਦੇ ਸਬੰਧ ਦੇ ਵਿੱਚ, ਤੇ ਤੁਸੀਂ ਬਹੁਤ ਸਾਰੀ ਜਾਣਕਾਰੀ ਵੀ ਸਾਡੇ ਕਿਸਾਨ ਵੀਰਾਂ ਦੇ ਨਾਲ ਸਾਂਝੀ ਕੀਤੀ ਹੈ, ਤੇ ਹੁਣ ਤੁਸੀਂ ਗੱਲਬਾਤ ਦੇ ਅਖੀਰ ਦੇ ਵਿੱਚ ਸਾਡੇ ਕਿਸਾਨ ਵੀਰਾਂ ਨੂੰ ਅੱਜ ਦੇ ਇਸ ਵਿਸ਼ੇ ਦੇ ਸਬੰਧ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ? ਮੇਰਾ ਕਿਸਾਨ ਵੀਰਾਂ ਨੂੰ ਆਹੀ ਸੰਦੇਸ਼ ਹੈ ਕਿ ਜਿੰਨੇ ਹੋ ਸਕੇ ਵੱਧ ਤੋਂ ਵੱਧ ਫਲਦਾਰ ਬੂਟੇ ਲਾਓ। ਜੇਕਰ ਉਹਨਾਂ ਦੇ ਕੋਲੇ ਪੈਲੀ ਨਹੀਂ ਹੈਗੀ ਬਾਗ ਨਾ ਲਾਓ, ਪਰ ਜੇ ਕੋਈ ਉਹਨਾਂ ਦੇ ਕੋਲੇ ਵਿਹਲਾ ਥਾਂ ਪਿਆ ਹੋ, ਜਿਵੇਂ ਪਲਾਟ ਹੋਵੇ ਘਰ ਦੇ ਵਿੱਚ ਜਾਂ ਫਿਰ ਆਪਣੇ ਜਿਹੜੇ ਟਿਊਬਵੈਲ ਦੇ ਨੇੜੇ, ਮੋਟਰ ਦੇ ਨੇੜੇ, ਤਾਂ ਆਪਣੇ ਫਲਦਾਰ ਬੂਟੇ ਘੱਟੋ ਘੱਟ 4 ਜਾਂ 5 ਅਲੱਗ-ਅਲੱਗ ਤਰ੍ਹਾਂ ਦੇ ਜ਼ਰੂਰ ਲਾਓ। ਜੇਕਰ ਉਹਨਾਂ ਦੇ ਕੋਲ ਇੱਕ ਨਾਲ ਥਾਂ ਹੈ ਤਾਂ ਉਹ 25 ਬਾਈ 25 ਮੀਟਰ ਦਾ ਇੱਕ ਫਲਦਾਰ ਪੌਸ਼ਟਿਕ ਬਗੀਚੀ ਜ਼ਰੂਰ ਲਾਓ, ਜਿਹਦੇ ਅੰਦਰ ਆਪਾਂ 20 ਤੋਂ ਲੈ ਕੇ 25 ਤਰ੍ਹਾਂ ਦੇ ਫਲਦਾਰ ਬੂਟੇ ਲਾਏ ਜਾ ਸਕਦੇ ਨੇ, ਅੱਡੋ ਅੱਡ ਹਰ ਇੱਕ ਕਿਸਮ ਦੇ, ਤਾਂ ਉਹ ਹਰ ਸਾਲ ਆਪਣੇ ਤਾਜ਼ੇ ਫਲ ਖਾ ਸਕਦਾ ਹੈ। ਕਿਸਾਨ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਫਲਦਾਰ ਬੂਟੇ ਵੱਧ ਤੋਂ ਵੱਧ ਲਾਓ ਜੀ। ਸੋ ਡਾਕਟਰ ਸਾਹਿਬ ਨੇ ਜਿਵੇਂ ਸਾਡੇ ਨਾਲ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਕਿ ਅਸੀਂ ਸਦਾਬਹਾਰ ਫਲਦਾਰ ਬੂਟੇ ਕਿਵੇਂ ਲਾ ਸਕਦੇ ਹਾਂ, ਕੀ ਇਹਦਾ ਤਰੀਕਾ ਹੈ ਤੇ ਕਿਸ ਤਰੀਕੇ ਦੇ ਨਾਲ ਅਸੀਂ ਇਹਦਾ ਪ੍ਰਬੰਧ, ਇਹਨਾਂ ਦੀ ਸਾਂਭ ਸੰਭਾਲ ਕਰ ਸਕਦੇ ਹਾਂ, ਕਿਸ ਤਰ੍ਹਾਂ ਦਾ ਪਾਣੀ ਪ੍ਰਬੰਧ ਹੋ ਸਕਦਾ ਹੈ, ਕਿਸ ਤਰ੍ਹਾਂ ਇਸ ਦਾ ਖੁਰਾਕ ਪ੍ਰਬੰਧ ਹੋ ਸਕਦਾ ਹੈ। ਸੋ ਜੇ ਅਸੀਂ ਇਹਨੂੰ ਵਪਾਰਕ ਪੱਧਰ ਤੇ ਵੀ ਦੇਖੀਏ ਤਾਂ ਵੀ ਅਸੀਂ ਇਹਦੇ ਵਿੱਚੋਂ ਮੁਨਾਫਾ ਲੈ ਸਕਦੇ ਹਾਂ, ਤੇ ਜੇ ਅਸੀਂ ਘਰੇ ਕੋਈ ਬੂਟੇ ਲਾਏ ਹੋਏ ਨੇ ਤਾਂ ਉਸ ਦੇ ਸੰਬੰਧ ਦੇ ਵਿੱਚ ਵੀ ਡਾਕਟਰ ਸਾਹਿਬ ਨੇ ਸਾਡੇ ਨਾਲ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ। ਸੋ ਸਾਡੇ ਨਾਲ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਤੇ ਫਲਦਾਰ ਬੂਟਿਆਂ ਦਾ ਕਿਸ ਤਰ੍ਹਾਂ ਦਾ ਖੇਤੀ ਪ੍ਰਬੰਧ ਦੇ ਵਿੱਚ ਕੀ ਮਹੱਤਵ ਹੈ ਤੇ ਫਲਦਾਰ ਬੂਟੇ ਲਗਾਉਣ ਦਾ ਕਿਸ ਤਰ੍ਹਾਂ ਦਾ ਸਮਾਂ ਜਿਹੜਾ ਅਸੀਂ ਉਸ ਸਮੇਂ ਦੇ ਵਿੱਚ ਬਿਜਾਈ ਜਿਹੜੀ ਕਰ ਸਕਦੇ ਹਾਂ। ਸੋ ਡਾਕਟਰ ਸਾਹਿਬ ਜਿਵੇਂ ਆਪਾਂ ਸਟ੍ਰਾਬੇਰੀ ਦੀ ਵੀ ਗੱਲ ਕੀਤੀ ਸੀ ਹੈ ਨਾ ਇੱਕ ਵਾਰੀ, ਤਾਂ ਇਹਦੇ ਲਈ ਆਪਾਂ ਕਿਹੜੀਆਂ ਜਿਹੜੀਆਂ ਕਿਸਮਾਂ ਆਪਾਂ ਵਰਤ ਸਕਦੇ ਹਾਂ? ਦੇਖੋ, ਜਿਹੜੀ ਸਟ੍ਰਾਬੇਰੀ ਹੈ ਉਹ ਕਿਸਾਨ ਵੀਰਾਂ ਦੇ ਲਈ ਇੱਕ ਨया ਫਲ ਨੇ, ਆਪਣੇ ਪੰਜਾਬ ਪ੍ਰਦੇਸ਼ ਦੇ ਲਈ ਇੱਕ ਨया ਫਲ ਹੈ ਜੀ। ਠੀਕ ਹੈ, ਇਹਦੇ ਅੰਦਰ ਮੁਨਾਫਾ ਬਹੁਤ ਹੈ, ਲਾਹੇਵੰਦ ਧੰਦਾ ਹੈ, ਪਰ ਇਹਦਾ ਰਿਸਕ ਵੀ ਬਹੁਤ ਵੱਡਾ ਨੇ। ਹਾਂਜੀ, ਪਰ ਇਹਦੇ ਅੰਦਰ ਜਿਹੜੀ ਕਿਸਮ ਹੈ 2-3 ਕਿਸਮ ਆਪਣੀ ਨਿਜਾਤ ਹੋਈ ਹੈ ਜੀ। ਆਪਣੀ ਚੰਡਲਰ ਹੈ ਇੱਕ ਵਿੰਟਰ ਡਾਊਨ ਕਰਕੇ ਜੀ, तो एक ਬੂਝੇ ਤੋਂ ਆਪਾਂ ਲਗਭਗ 200 ਤੋਂ 250 ਗ੍ਰਾਮ ਆਪਾਂ ਫਲ ਲੈ ਸਕਦੇ ਹਾਂ ਜੀ। तो ਜਿਹੜੀ ਸ਼ੁਰੂਆਤੀ ਜਿਹੜੀ ਖਰਚਾ ਹੈ ਇਹਦੇ ਅੰਦਰ ਬਹੁਤ ਜ਼ਿਆਦਾ ਹੈ, ਕਿਉਂਕਿ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਡ੍ਰਿਪ ਤੇ ਹੀ ਚੱਲਦੀ ਹੈ ਸਟ੍ਰਾਬੇਰੀ ਜੀ। ਪਾਣੀ ਪ੍ਰਬੰਧ ਜਿਹੜਾ ਆਪਾਂ ਡ੍ਰਿਪ ਤੋਂ ਹੀ ਕਰਨਾ ਹੈ, ਉਸ ਤੋਂ ਬਾਅਦ ਇਹਦੇ ਮਲਚਿੰਗ ਦਾ ਜਿਹੜਾ ਆਪਾਂ ਤਰਪਾਲ ਵਿਛਾ ਕੇ ਇਹਨੂੰ ਮਲਚ ਕਰਨਾ ਹੈ, ਕਿਉਂਕਿ ਸਟ੍ਰਾਬੇਰੀ ਇੱਕ ਇਸ ਤਰ੍ਹਾਂ ਦਾ ਹੈ ਬਿਲਕੁਲ ਫਰੂਟ ਜਿਹੜਾ ਫਲ ਹੈ, ਜਿਵੇਂ ਕਿ ਸਟਰਾ ਮਤਲਬ ਉਹਦੀ ਕੋਈ ਪਰਾਲੀ, ਹਾਂਜੀ, ਤੇ ਬੈਰੀ ਮਤਲਬ ਉਹਦਾ ਫਲ ਕਿ ਜੇਕਰ ਉਹਨੂੰ ਮਿੱਟੀ ਲੱਗ ਗਈ ਤਾਂ ਫਲ ਆਪਣਾ ਖਰਾਬ ਹੋ ਜਾਣਾ ਹੈ, ਉਹਨੂੰ ਫੰਗਸ ਲੱਗ ਜਾਣੀ ਨਾਲ ਦੀ ਨਾਲ ਜੀ। ਸੋ ਡਾਕਟਰ ਸਾਹਿਬ ਜਿਵੇਂ ਆਪਾਂ ਬੂਟਿਆਂ ਦੀ ਵੀ ਗੱਲ ਕੀਤੀ ਹੈ ਹਨਾ, ਵੀ ਆਪਾਂ ਨਵੇਂ ਬੂਟੇ ਹੈ ਵੀ ਉਹਦਾ ਖਾਸ ਧਿਆਨ ਰੱਖਣਾ ਹੈ ਜਦੋਂ ਆਪਾਂ ਨਰਸਰੀ ਚੋਂ ਲੈ ਕੇ ਆਉਣੇ ਆ, ਤੇ ਜਿਹੜੇ ਬੂਟੇ ਇਹਨਾਂ ਦੀ ਆਪਾਂ ਢੋਆ ਢਵਾਈ ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ? ਜਦੋਂ ਵੀ ਆਪਾਂ ਬੂਟੇ ਖਰੀਦਦੇ ਹਾਂ ਜੀ, ਤੋ ਜਦੋਂ ਆਪਾਂ ਇੱਕ ਸਥਾਨ ਤੋਂ ਦੂਜੇ ਜਗ੍ਹਾ ਤੋਂ ਲੈ ਕੇ ਜਾਂਦੇ ਹਾਂ ਨਾ, ਤਾਂ ਧਿਆਨ ਰੱਖੋ ਉਹਦੀ ਗਾਚੀ ਟੁੱਟੇ ਨਾ ਜੀ। ਹਾਂ, ਜੇ ਇੱਕ ਵਾਰ ਗਾਚੀ ਟੁੱਟ ਗਈ, ਜਿਵੇਂ ਮੰਨ ਲਓ ਜੜ ਤੋਂ ਜੜ ਨੰਗੀ ਨਾ ਹੋਵੇ, ਕਹਿਣ ਦਾ ਭਾਵ ਹੈ। ਸੋ ਜੇ ਆਪਾਂ ਜ਼ਿਆਦਾ ਦੂਰੀ ਤੱਕ ਜਿਹੜੀ ਬੂਟੇ ਲੈ ਕੇ ਜਾਣੇ ਤਾਂ ਉਹਨੂੰ ਆਪਾਂ ਗੁੱਟੀ ਬਣਾ ਕੇ ਲੈ ਕੇ ਜਾਓ, ਉਹਦੇ ਨਾਲ ਗਾਚੀ ਦੀ ਜ਼ਰੂਰਤ ਨਹੀਂ ਹੁੰਦੀ ਜੀ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਤੇ